ਗੱਲ ਇਹ ਆ ਵੀ ਇਸ ਅੰਦੋਲਨ ਨੇ ਪੰਜਾਬ ਦੇ ਸਿਰ ਜੋੜਤੇ। ਬੜੇ ਵਖਰੇਵੇਂ ਸੀ, ਇੱਕ ਪਿੰਡ 'ਚ ਤਿੰਨ ਪਾਰਟੀਆਂ ਸੀ, ਪਰ ਉਸ ਪਰਿਵਾਰ ਦਾ ਮਤਲਬ ਕਿੱਡਾ ਹੌਸਲਾ ਹੈ। ਉਹ ਅੱਜ ਵੀ ਇਸ ਸੰਘਰਸ਼ ਦੇ ਮੋਢੇ ਨਾਲ ਮੋਢਾ ਲਾ ਕੇ ਉਹਦੇ ਦਾਦਾ ਜੀ ਖੜੇ ਆ, ਪਿੱਛੇ ਨਹੀਂ ਹਟ ਰਹੇ। ਰਾਤੋਂ ਰਾਤ ਕਰੋਨਾ ਦੇ ਵਿੱਚ ਲੋਕਾਂ ਨੂੰ ਜਿੱਥੇ ਆਪਣੀ ਜਾਨ ਮਾਲ ਦੀ ਫਿਕਰ ਸੀ, ਇਹਨਾਂ ਨੇ ਦੇਖਿਆ ਵੀ ਖੇਤੀਬਾੜੀ ਇੱਕ ਐਸਾ ਸੈਕਟਰ ਹੈ ਜਿਹਦੇ 'ਚ ਪ੍ਰੋਫਿਟ ਹੀ ਪ੍ਰੋਫਿਟ ਹੈ, ਕਿਉਂਕਿ ਕਰੋਨਾ 'ਚ ਹਰ ਇੱਕ ਸੈਕਟਰ ਫੇਲ ਗਿਆ। ਮੈਂ ਕੱਲ੍ਹ ਰਾਜੇਵਾਲ ਸਾਹਿਬ ਦਾ ਬਿਆਨ ਸੁਣ ਰਿਹਾ ਸੀ ਕਿ ਉਹਨਾਂ ਦੇ ਮੰਤਰੀ ਜਦੋਂ ਉਹਨਾਂ ਨੂੰ ਮਿਲਦੇ ਆ, ਕਹਿੰਦੇ ਰਾਜੇਵਾਲ ਸਾਹਿਬ ਤੁਹਾਡੀ ਵੀ ਇੱਜ਼ਤ ਬਾਜੇ, ਸਾਡੀ ਵੀ ਇੱਜ਼ਤ ਬਾਜੇ, ਸਾਨੂੰ ਪਤਾ ਹੈ ਤਾਂ ਗਲਤ ਹੈ। ਮੈਂ ਅੱਜ ਵੀ ਲੋਕਾਂ ਨੂੰ ਇਹੀ ਗੱਲ ਕਹਿਣਾ ਵੀ ਤੁਸੀਂ ਇਹ ਗਦਾਰਾਂ ਨੂੰ ਪਛਾਣਿਓ, ਕਿਤੇ ਫੋਟੋਆਂ ਕਰਾਉਣ ਦੇ ਚੱਕਰ 'ਚ ਦੁਬਾਰੇ ਨਾ ਇਹਨਾਂ ਨੂੰ ਆਪਣੇ ਖੇਤਾਂ 'ਚ ਵੜਨ ਦਿਓ, ਸ਼ੂਟਿੰਗਾਂ ਕਰਨ ਦਿਓ, ਇਹਨਾਂ ਦਾ ਬਾਈਕਾਟ ਕਰੋ ਪੰਜਾਬ 'ਚੋਂ। ਉਹਨਾਂ ਨੂੰ ਵੀ ਪਤਾ ਹੈ ਵੀ ਜੇ ਗੌਰਮੈਂਟ ਸਾਡੇ ਆ ਗਈ ਤਾਂ ਸਾਡੇ ਪੱਲੇ ਜੋ ਕੁਛ ਹੈ ਬੰਗਾਲ 'ਚ ਇਹਨਾਂ ਨੇ ਉਜਾੜ ਦੇਣਾ, ਵਿਕਾਸ ਨਹੀਂ ਕਰਨਾ ਇਹਨਾਂ ਨੇ। ਜੋ ਸਾਡੇ ਕੋਲ ਹੈਗਾ ਉਹ ਵੀ ਖੋ ਕੇ ਲੈ ਜਾਣਾ। ਤਾਂ ਬੰਗਾਲ ਦੇ ਲੋਕ ਮੈਨੂੰ ਨਹੀਂ ਲੱਗਦਾ ਇਹ ਗਲਤੀ ਕਰਨਗੇ। ਸਿਆਣੇ ਨੇ, ਤਰੀਕਾ ਅਗਵਾਈ ਉਹਨਾਂ ਕੋਲ ਹੀ ਰਹੂਗੀ, ਤਰੀਕਾ ਉਹਨਾਂ ਦਾ ਰਹੂਗਾ, ਪਰ ਸਾਡੇ ਨਾਲ ਇੱਕ ਤਾਲਮੇਲ ਕਮੇਟੀ ਬਣਾ ਲੈਣ ਵੀ ਜਿੱਥੇ ਅਸੀਂ ਆਪਦੀ ਗੱਲ ਰੱਖ ਸਕੀਏ ਵੀ ਅਸੀਂ ਆਹ ਚਾਹੁੰਦੇ ਹਾਂ ਤੇ ਅਗਲਾ ਪ੍ਰੋਗਰਾਮ ਜੇ ਆਪਾਂ ਇੱਦਾਂ ਕਰ ਲਈਏ ਤਾਂ ਗੌਰਮੈਂਟ 'ਤੇ ਜ਼ਿਆਦਾ ਪ੍ਰੈਸ਼ਰ ਪਊਗਾ। ਕਿਸਾਨੀ ਸੰਘਰਸ਼ ਨੂੰ ਲਗਭਗ 4 ਮਹੀਨੇ ਹੋਣ ਵਾਲੇ ਨੇ। ਕਿਸਾਨ ਜਿਹੜੇ ਨੇ ਦਿੱਲੀ ਦੀਆਂ ਸਰਹੱਦਾਂ ਤੇ ਡਟੇ ਹੋਏ ਨੇ। ਅੰਦੋਲਨ ਲਗਾਤਾਰ ਸਿਖਰਾਂ ਵੱਲ ਵੱਧ ਰਿਹਾ ਹੈ ਤੇ ਖਾਸ ਬਾਤਚੀਤ ਕਰਨ ਲਈ ਸਾਡੇ ਨਾਲ ਜਸ ਬਾਜਵਾ ਮੌਜੂਦ ਨੇ। ਸਭ ਤੋਂ ਪਹਿਲਾਂ ਭਾਜੀ ਸਵਾਗਤ ਸਾਂਝਾ ਜੀ। ਬਹੁਤ ਮਿਹਰਬਾਨੀ ਬਾਈ, ਥੈਂਕ ਯੂ, ਧੰਨਵਾਦ। ਗੱਲ ਕਰਾਂਗੇ 4 ਮਹੀਨਿਆਂ ਦੀ। ਸ਼ੰਭੂ ਬਾਰਡਰ ਤੋਂ ਸ਼ੁਰੂ ਹੋਏ ਸੀਗੇ, 26 ਨਵੰਬਰ ਨੂੰ ਸ਼ੁਰੂ ਹੋਏ ਸੀਗੇ, ਤੇ ਗੱਲ ਕਰਾਂਗੇ 4 ਮਹੀਨੇ 'ਚ ਕੀ ਕੁਝ ਪਾਇਆ ਤੇ ਕੀ ਕੁਝ ਹੋਇਆ, ਕਿਉਂਕਿ ਕਾਫੀ ਮੌਤਾਂ ਵੀ ਉੱਥੇ ਹੋਈਆਂ ਨੇ। ਤੇ ਕਿਸ ਤਰ੍ਹਾਂ ਦੇਖਦੇ ਹੋ? ਦੇਖੋ, ਜਦੋਂ ਕੋਈ ਸੰਘਰਸ਼ ਵਿੱਢਿਆ ਜਾਂਦਾ ਹੈ ਤਾਂ ਉਹਦੇ 'ਚ ਓਬਵੀਅਸਲੀ ਮੈਨੂੰ ਤਾਂ ਇਹ ਲੱਗਦਾ ਵੀ ਕੱਲ੍ਹ ਭਗਤ ਸਿੰਘ ਉਹਨਾਂ ਦਾ, ਰਾਜਗੁਰੂ ਸੁਖਦੇਵ ਉਹਨਾਂ ਦਾ ਸ਼ਹੀਦੀ ਦਿਵਸ ਲੰਘ ਕੇ ਗਿਆ ਅਤੇ ਅਸੀਂ ਖਟਕੜ ਕਲਾਂ ਰੈਲੀ 'ਤੇ ਸੀ। ਮੈਨੂੰ ਇੱਕ ਕਿਸਮ ਨਾਲ ਇਹ ਲੱਗਦਾ ਵੀ ਇਹ ਆਜ਼ਾਦੀ ਦੀ ਉਹ ਲੜਾਈ ਉਹਨਾਂ ਨੇ ਮੁਲਕ ਗੋਰਿਆਂ ਤੋਂ ਆਜ਼ਾਦ ਕਰਵਾਇਆ ਅਤੇ ਇਹ ਭੂਰੇ ਆ ਗਏ ਇੱਥੇ, ਹੈ ਨਾ। ਅਤੇ ਇਹ ਵੀ ਮੈਨੂੰ ਲੱਗਦਾ ਕਿਤੇ ਨਾ ਕਿਤੇ ਆਜ਼ਾਦੀ ਦੀ ਦੂਜੀ ਲੜਾਈ ਹੀ ਵਿੱਢੀ ਹੋਈ ਹੈ। ਤਾਂ ਜਦੋਂ ਐਡੇ ਅੰਦੋਲਨ ਖੜ੍ਹੇ ਹੁੰਦੇ ਆ, ਅੱਜ ਪੰਜਾਬ ਨੇ ਸ਼ੁਰੂ ਕੀਤਾ, ਜਿਨ੍ਹਾਂ ਨੂੰ ਪੂਰੀ ਦੁਨੀਆ 'ਚ 2% ਕਿਹਾ ਜਾਂਦਾ ਹੈ, ਇਹ ਜੰਗ ਪੰਜਾਬ ਨੇ ਸ਼ੁਰੂ ਕੀਤਾ ਅਤੇ ਅੱਜ ਦੁਨੀਆ ਦੇ ਕੋਨੇ 'ਚ ਹਰ ਇੱਕ ਕੰਟਰੀ ਦੀ ਪਾਰਲੀਮੈਂਟ ਦੇ ਵਿੱਚ ਇਹਨਾਂ ਬਿੱਲਾਂ ਦੀ ਚਰਚਾ ਹੁੰਦੀ ਹੈ। ਇਹ ਵੱਡੀ ਪ੍ਰਾਪਤੀ ਹੈ ਸਾਡੀ। ਜੇ ਮੈਂ ਪ੍ਰਾਪਤੀਆਂ ਗਿਣਾਵਾਂ, 4 ਮਹੀਨੇ ਹੋਏ ਆ ਅਤੇ ਦੁਨੀਆ ਦੇ ਜਿਹੜੇ ਵੱਡੇ ਪੌਪ ਸਟਾਰ, ਰਿਹਾਨਾ ਵਰਗੇ, ਗ੍ਰੇਟਾ ਥਨਬਰਗ ਵਰਗੇ ਜਿਹੜੇ ਇਨਸਾਨੀਅਤ ਪਸੰਦ, ਇਨਸਾਫ ਪਸੰਦ ਲੋਕ ਨੇ, ਇਨਸਾਨੀਅਤ ਨੂੰ ਪਿਆਰ ਕਰਦੇ ਨੇ, ਪੀਸਫੁਲੀ ਰਹਿਣਾ ਪਸੰਦ ਕਰਦੇ ਨੇ, ਉਹ ਲੋਕ ਜਿਨ੍ਹਾਂ ਨੂੰ ਪੂਰੀ ਦੁਨੀਆ ਜਾਣਦੀ ਆ ਕੇ ਸਾਡੇ ਮੋਢੇ ਨਾਲ ਮੋਢਾ ਲਾ ਕੇ ਖੜ੍ਹ ਗਏ ਬਾਹਰਲੇ ਮੁਲਕਾਂ ਦੇ। ਅਤੇ ਇਹ ਹੈਗੀਆਂ ਨੇ ਸਾਡੀਆਂ ਵੱਡੀਆਂ ਪ੍ਰਾਪਤੀਆਂ, ਜਿੱਤਾਂ। ਦੂਜੀ ਗੱਲ ਇਹ ਆ ਵੀ ਇਸ ਅੰਦੋਲਨ ਨੇ ਪੰਜਾਬ ਦੇ ਸਿਰ ਜੋੜਤੇ। ਬੜੇ ਵਖਰੇਵੇਂ ਸੀ, ਇੱਕ ਪਿੰਡ 'ਚ ਤਿੰਨ ਪਾਰਟੀਆਂ ਸੀ, ਇੱਕ ਫਲਾਣੇ ਵਾਲਿਆਂ ਦੀ, ਇੱਕ ਟਮਕਾਣੇ ਵਾਲਿਆਂ ਦੀ, ਇੱਕ ਦੂਜੇ ਵਾਲਿਆਂ ਦੀ, 32-33 ਕਿਸਾਨ ਜਥੇਬੰਦੀਆਂ ਸੀ। ਇਸ ਅੰਦੋਲਨ ਨੇ ਸਭ ਨੂੰ ਇਕੱਠੇ ਕਰਤਾ, ਪੰਜਾਬ ਨੂੰ ਦੁਬਾਰੇ ਜਗਾਤਾ। ਇੱਕ ਬੜੀਆਂ ਤੌਹਮਤਾਂ ਪੰਜਾਬ 'ਤੇ ਲੱਗਦੀਆਂ ਸੀ ਵੀ ਇਹ ਨਸ਼ੇ ਦੇ ਵਿੱਚ ਨੌਜਵਾਨ ਗਰਕ ਗਏ, ਇੱਥੇ ਲੱਚਰ ਗਾਇਕੀ, ਉਹੀ ਗਾਉਣੇ ਵਾਲੇ, ਉਹੀ ਸੁਣਨ ਵਾਲੇ ਅੱਜ ਸਾਰੇ ਇੱਕ ਹੋ ਕੇ ਸਾਡੇ ਜਦੋਂ ਪਤਾ ਲੱਗਿਆ ਵੀ ਹਾਂ ਸਾਡੇ 'ਤੇ, ਸਾਡੀਆਂ ਹੱਕਾਂ 'ਤੇ ਡਾਕਾ ਮਾਰਿਆ ਜਾ ਰਿਹਾ, ਮੂਹਰੇ ਕੰਧ ਬਣ ਕੇ ਖੜ੍ਹੇ ਆ। ਨਾਲ ਏਕਤਾ ਦਾ ਹੋਕਾ ਦਿੰਦੇ ਹੋਏ ਪੰਜਾਬ 'ਚੋਂ ਨਿਕਲੇ, ਹਰਿਆਣਾ ਨਾਲ ਜੋੜ ਲਿਆ। ਅੱਜ ਪੂਰਾ ਭਾਰਤ ਕਿਸਾਨਾਂ ਦੇ ਨਾਲ ਸਿੰਪਥੀ ਰੱਖਦਾ। ਇਹ ਤਾਂ ਹੈਗੀਆਂ ਨੇ ਸਾਡੀਆਂ ਪ੍ਰਾਪਤੀਆਂ, ਜਿਹੜਾ ਕੁਛ ਅਸੀਂ ਖੱਟਿਆ। ਅਤੇ ਦੂਜੀ ਗੱਲ, ਜੇ ਮੈਂ ਕਹਿ ਦੂੰਗਾ ਵੀ ਖੋਇਆ, ਤਾਂ ਸਭ ਤੋਂ ਸਾਡਾ ਇਸ ਕਿਸਾਨੀ ਸੰਘਰਸ਼ ਦਾ ਸਭ ਤੋਂ ਪਹਿਲਾ ਸ਼ਹੀਦ ਨਵਰੀਤ ਸਿੰਘ, ਜਿਹਦੀ ਇਸ ਸੰਘਰਸ਼ ਦੇ ਵਿੱਚ 26 ਤਰੀਕ ਨੂੰ ਜਿਹੜਾ ਘਟਨਾਕ੍ਰਮ ਹੋਇਆ, ਉੱਥੇ ਉਹਦੀ ਜਾਨ ਬਹੁਤ ਕੀਮਤੀ ਸੀ। ਨੌਜਵਾਨ ਸੀਗਾ ਬਿਲਕੁਲ, 24-25 ਸਾਲ ਦਾ। ਉਹਦੇ ਦਾਦਾ ਜੀ ਨੂੰ ਅਸੀਂ ਜਦ ਵੀ ਸੁਣਦੇ ਹਾਂ ਭਾਵੁਕ ਹੋ ਜਾਂਦੇ ਹਾਂ। ਪਰ ਉਸ ਪਰਿਵਾਰ ਦਾ ਮਤਲਬ ਕਿੱਡਾ ਹੌਸਲਾ ਹੈ। ਉਹ ਅੱਜ ਵੀ ਇਸ ਸੰਘਰਸ਼ ਦੇ ਮੋਢੇ ਨਾਲ ਮੋਢਾ ਲਾ ਕੇ ਉਹਦੇ ਦਾਦਾ ਜੀ ਖੜ੍ਹੇ ਆ, ਪਿੱਛੇ ਨਹੀਂ ਹਟ ਰਹੇ। ਇੱਕ ਆਪਣਾ ਨੌਜਵਾਨ ਪੁੱਤ ਖੋਣ ਤੋਂ ਬਾਅਦ, ਉਦੋਂ ਬਾਅਦ 'ਚ ਸਾਡੇ 300 ਦੇ ਕਰੀਬ ਮੌਤਾਂ ਹੋ ਚੁੱਕੀਆਂ। ਉਹ ਸਾਡੇ ਸ਼ਹੀਦ ਨੇ ਇਸ ਸੰਘਰਸ਼ ਦੇ, ਹਮੇਸ਼ਾ ਸਾਡਿਆਂ ਦਿਲਾਂ ਦੇ ਵਿੱਚ ਜਿਉਂਦੇ ਰਹਿਣਗੇ। ਜੇਲ੍ਹਾਂ ਦੇ ਵਿੱਚ ਨੌਜਵਾਨ ਨੇ,
ਕੱਲ ਮੈਨੂੰ ਉੱਥੇ ਵੀਰ ਰਣਜੀਤ ਮਿਲਿਆ, ਕਿੰਨੀ ਉਹਦੇ ਤੇ ਤਸ਼ੱਦਦ ਹੋਈ, ਉਹਨੇ ਦੱਸਿਆ ਅੰਦਰ ਕੀ ਕੁਝ ਹੁੰਦਾ। ਇਹ ਜਿਹੜਾ ਤਸ਼ੱਦਦ ਹੋਇਆ ਇਹ ਇਤਿਹਾਸ ਦੇ ਵਿੱਚ ਲਿਖਿਆ ਜਾਊਗਾ। ਜਿਵੇਂ ਹੁਣ ਅੱਜ ਦੀ ਡੇਟ 'ਚ ਅਸੀਂ ਭਗਤ ਸਿੰਘ ਉਹਨਾਂ ਨੂੰ ਯਾਦ ਕਰਦੇ ਹਾਂ, ਲਾਲਾ ਲਾਜਪਤ ਰਾਏ ਉਹਨਾਂ ਨੂੰ, ਰਾਜਗੁਰੂ ਕਰਤਾਰ ਸਿੰਘ ਸਰਾਭੇ ਉਹਨਾਂ ਨੂੰ ਯਾਦ ਕਰਦੇ ਹਾਂ, ਸਾਡੇ ਬੜੇ ਮਹਾਨ ਯੋਧੇ ਨੇ। ਉਵੇਂ ਹੀ ਇਹਨਾਂ ਯੋਧਿਆਂ ਦਾ ਨਾਂ ਇਤਿਹਾਸ 'ਚ ਲਿਖਿਆ ਜਾਊਗਾ ਵੀ ਜਦੋਂ ਕਿਸਾਨੀ ਸੰਘਰਸ਼ ਵਿੱਢਿਆ ਗਿਆ ਤਾਂ ਇਹ ਉਹਦੇ ਮੇਨ ਜਿਹੜੇ ਫਰੰਟ ਲਾਈਨ ਦੇ ਯੋਧੇ ਸੂਰਵੀਰ ਸੀ। ਤੇ ਰਹਿ ਗਈ ਹੁਣ ਜੇ ਮੈਂ ਗੱਲ ਗੌਰਮੈਂਟ ਦੀ ਕਰਾਂ ਤੇ ਉਹਦੇ ਕੰਨ ਤੇ ਜੂੰ ਨਹੀਂ ਸਿਰਕ ਰਿਹਾ। ਤਾਨਾਸ਼ਾਹ ਦਾ ਇੱਕ ਰਵੱਈਆ ਅਪਣਾਇਆ ਹੋਇਆ। ਕਾਨੂੰਨ ਬਣਦੇ ਆ, ਕੋਈ ਵੀ ਕਾਨੂੰਨ ਬਣਦਾ ਲੋਕਾਂ ਦੀ ਭਲਾਈ ਦੇ ਵਾਸਤੇ, ਲੋਕਾਂ ਦੇ ਨਾਲ ਸਲਾਹ ਕਰਕੇ ਅੱਗੇ ਵਧਿਆ ਜਾਂਦਾ ਕਿ ਭਾਈ ਆ ਗੌਰਮੈਂਟ ਲੋਕਾਂ ਦੀ ਭਲਾਈ ਲਈ ਹੁੰਦੀ ਹੈ ਵੀ ਭਾਈ ਆਹ ਕਾਨੂੰਨ ਲੈ ਕੇ ਆਉਣ ਲੱਗੇ ਆ ਤੇ ਤੁਸੀਂ ਦੱਸੋ ਵੀ ਆਪਾਂ ਇਹਨਾਂ ਤੇ ਡਿਸਕਸ ਕਰੀਏ, ਤੁਹਾਡੇ ਲਈ ਸਹੀ ਨੇ। ਚਾਰ ਬੁੱਧੀਜੀਵੀ ਖੇਤੀ ਵਾਲੇ ਪਾਸਿਓਂ, ਖੇਤਾਂ ਵਾਲੇ ਪਾਸਿਓਂ ਜਿਹੜੇ ਨੌਲੇਜ ਰੱਖਦੇ ਆ, ਕਿਉਂਕਿ ਪੰਜਾਬ 'ਚ ਲਗਾਤਾਰ ਪਾਣੀ ਦਾ ਜਿਹੜਾ ਮਿਆਰ ਹੈ ਘਟਦਾ ਜਾ ਰਿਹਾ। ਸਾਡੇ ਕੋਲ ਕੋਈ ਨਵਾਂ ਫਸਲੀਕਰਨ ਨਹੀਂ ਹੈਗਾ, ਉਹੀ ਕਣਕ ਝੋਨਾ ਹੈ, ਹੋਰ ਕੋਈ ਸਾਡੇ ਕੋਲ ਆਉਣ ਵਾਲੇ ਦਿਨਾਂ 'ਚ ਫਸਲਾਂ ਨਹੀਂ ਹੈਗੀਆਂ। ਗੌਰਮੈਂਟ ਨੂੰ ਜੇ ਕੁਝ ਬਿੱਲ ਪਾਸ ਕਰਨੇ ਸੀ, ਕੁਝ ਇੱਦਾਂ ਦੇ ਕਰਦੇ, ਸਾਡੇ ਨਾਲ ਸਲਾਹ ਮਸ਼ਵਰਾ ਕਰਕੇ ਵੀ ਭਾਈ ਆ ਕਾਨੂੰਨ ਲੈ ਕੇ ਆਉਣ ਲੱਗੇ ਆ ਤਾਂ ਅਸੀਂ ਉਹਦੇ 'ਚ ਆਪਣੀ ਸਹਿਮਤੀ ਦਿੰਦੇ। ਇਹ ਤਾਂ ਵਨ ਸਾਈਡਡ ਹੋ ਗਿਆ ਨਾ। ਰਾਤੋਂ ਰਾਤ ਕਰੋਨਾ ਦੇ ਵਿੱਚ ਲੋਕਾਂ ਨੂੰ ਜਿੱਥੇ ਆਪਣੀ ਜਾਨ ਮਾਲ ਦੀ ਫਿਕਰ ਸੀ, ਇਹਨਾਂ ਨੇ ਦੇਖਿਆ ਵੀ ਖੇਤੀਬਾੜੀ ਇੱਕ ਐਸਾ ਸੈਕਟਰ ਹੈ ਜਿਹਦੇ 'ਚ ਪ੍ਰੋਫਿਟ ਹੀ ਪ੍ਰੋਫਿਟ ਹੈ, ਕਿਉਂਕਿ ਕਰੋਨਾ 'ਚ ਹਰ ਇੱਕ ਸੈਕਟਰ ਫੇਲ ਗਿਆ। ਇੱਕ ਖੇਤੀਬਾੜੀ ਹੀ ਇੱਕ ਐਸਾ ਸੈਕਟਰ ਸੀ, ਜ਼ਿਮੀਂਦਾਰ ਹਰ ਇੱਕ ਕੰਮ ਬੰਦ ਹੋ ਗਿਆ। ਜਿਹੜਾ ਫਸਲਾਂ ਦਾ ਕੰਮ ਸੀ, ਜ਼ਿਮੀਂਦਾਰਾਂ ਦਾ ਕੰਮ ਸੀ, ਉਹ ਨਹੀਂ ਬੰਦ ਹੋਇਆ। ਤਾਂ ਗੌਰਮੈਂਟ ਇਹਦਾ ਵੀ ਪ੍ਰਾਈਵੇਟਕਰਨ ਕਰਨਾ ਚਾਹੁੰਦੀ ਹੈ। ਆਪਣੇ ਜਿਹੜੇ ਉਹਨਾਂ ਨੇ ਆਪਣੇ ਚਹੇਤੇ ਪੁੱਤ ਖੜੇ ਕੀਤੇ ਹੋਏ ਆ ਇਸ ਮੁਲਕ ਨੂੰ ਚਲਾਉਣ ਵਾਲੇ, ਉਹਨਾਂ ਦੇ ਹੱਥ 'ਚ ਇਹ ਸਾਰਾ ਕੁਝ ਦੇਣਾ ਚਾਹੁੰਦੀ ਹੈ। ਤਾਂ ਇਹਦੇ ਨਾਲ ਨਾਲ ਮੈਂ ਇਹ ਕਹਿਣਾ ਚਾਹੁੰਦਾ ਵੀ ਇੱਕ ਸੱਤਾ ਹੈ ਜਿਹੜੀ, ਉਹ ਹਮੇਸ਼ਾ ਉਹਦੇ 'ਤੇ ਜਿਹੜੀ ਇਹ ਪਾਰਟੀ ਹੈ ਕਾਬਜ਼ ਨਹੀਂ ਰਹੂਗੀ। ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ, ਲੋਕਾਂ ਦੇ ਹੱਥ 'ਚ ਸਾਰਾ ਕੁਝ ਹੁੰਦਾ। ਹੁਣ ਜੇ ਗੌਰਮੈਂਟ ਨੂੰ ਲੱਗਦਾ ਹੈ ਕਿ ਅਸੀਂ ਤਾਂ ਹੁਣ ਜਾਣਾ ਹੀ ਨਹੀਂ, ਇਹ ਗਲਤ ਫਹਿਮੀ ਹੈ। ਜੇ ਹੁਣ ਸਾਡੀਆਂ ਜ਼ਮੀਨਾਂ ਖੋਹ ਕੇ ਇਹਨਾਂ ਜ਼ਮੀਨਾਂ ਨਾਲ ਇਕੱਲਾ ਸਾਡਾ ਰੁਜ਼ਗਾਰ ਦਾ ਸਾਧਨ ਨਹੀਂ ਜੁੜਿਆ, ਮੈਂ ਹਮੇਸ਼ਾ ਇਹ ਗੱਲ ਕਰਦਾ ਨਾ, ਸਾਡਾ ਇੱਕ ਇਤਿਹਾਸ ਜੁੜਿਆ ਇਹ ਜ਼ਮੀਨਾਂ ਨਾਲ। ਸਾਡੀਆਂ ਮਤਲਬ ਮੇਰਾ ਬਚਪਨ ਉਹਨਾਂ ਮੋਟਰਾਂ 'ਤੇ ਬੀਤਿਆ, ਮੇਰਾ ਡੇਕ ਜਾਮਣਾ ਡੌਲਾਂ ਉਹਨਾਂ 'ਤੇ ਵੱਟਾਂ 'ਤੇ ਗਿਰ ਗਿਰ ਕੇ ਅਸੀਂ ਤੁਰਨਾ ਸਿੱਖੇ ਹਾਂ। ਉਹਨਾਂ ਸੁਹਾਗੇ ਬਲਦਾਂ ਨਾਲ ਖੇਤੀ ਸਾਡੇ ਘਰ 'ਚ ਮੇਰੇ ਬਾਪੂ ਜੀ ਨਹੀਂ ਕਰਦੇ ਸੀ, ਅਸੀਂ ਉਹ ਸਭ ਕੁਝ ਦੇਖਿਆ। ਤੇ ਉਹ ਸਾਡੇ ਕੋਲੇ ਜਮਾਂਦਰੂ ਅਧਿਕਾਰ ਹੈ ਉਸ ਚੀਜ਼ ਦਾ ਵੀ ਉਹਨਾਂ ਫਸਲਾਂ ਦੇ ਵਾਰਸ ਸਾਡੀਆਂ ਆਉਣ ਵਾਲੀਆਂ ਨਸਲਾਂ ਹੀ ਰਹਿਣਗੀਆਂ। ਉੱਥੇ ਕੋਈ ਇਹ ਨਹੀਂ ਹੋਊਗਾ ਵੀ ਕਾਰਪੋਰੇਟ ਆ ਕੇ ਆਪਣੇ ਫਾਰਮ ਬਣਾਊਗਾ। ਸੋ ਇਹ ਲੜਾਈ ਸਾਡੀ ਹੋਂਦ ਦੀ ਲੜਾਈ ਇਹ ਤਾਂ ਬਣ ਜਾਂਦੀ ਹੈ, ਇਹਦੇ ਨਾਲ ਸਾਡਾ ਇਤਿਹਾਸ ਜੁੜਿਆ। ਸੋ ਪੰਜਾਬੀ ਨੇ ਜਿਹੜੇ ਉਹ ਬਾਗੀ ਸੋਚ ਦੇ ਮਾਲਕ ਨੇ ਹਮੇਸ਼ਾ ਤੋਂ, ਜਦੋਂ ਉਹਨਾਂ ਨੂੰ ਲੱਗਿਆ ਵੀ ਗੌਰਮੈਂਟ ਧੱਕਾ ਕਰ ਰਹੀ ਹੈ, ਸਭ ਤੋਂ ਪਹਿਲਾਂ ਇਹ ਸੰਘਰਸ਼ ਹੈ ਜਿਹੜਾ ਪੰਜਾਬ ਨੇ ਵਿੱਢਿਆ, ਇਹਦੀ ਅਗਵਾਈ ਕੀਤੀ। ਤੇ ਗੌਰਮੈਂਟ, ਮੈਂ ਕੱਲ੍ਹ ਰਾਜੇਵਾਲ ਸਾਹਿਬ ਦਾ ਬਿਆਨ ਸੁਣ ਰਿਹਾ ਸੀ ਕਿ ਉਹਨਾਂ ਦੇ ਮੰਤਰੀ ਜਦੋਂ ਉਹਨਾਂ ਨੂੰ ਮਿਲਦੇ ਆ ਇਹ ਕਹਿੰਦੇ ਰਾਜੇਵਾਲ ਸਾਹਿਬ ਤੁਹਾਡੀ ਵੀ ਇੱਜ਼ਤ ਬਾਜੇ, ਸਾਡੀ ਵੀ ਇੱਜ਼ਤ ਬਾਜੇ, ਸਾਨੂੰ ਪਤਾ ਹੈ ਤਾਂ ਗਲਤ ਹੈ ਪਰ ਕੋਈ ਇਹਦਾ ਐਸਾ ਹੱਲ ਕੱਢ ਲਈਏ। ਜਦੋਂ ਐਸੀ ਗੌਰਮੈਂਟ ਹੋਵੇ ਜਿਹੜੀ ਨੂੰ ਪਤਾ ਹੋਵੇ ਵੀ ਇਹ ਗਲਤ ਹੈ, ਉਹ ਫਿਰ ਵੀ ਕਰ ਰਹੇ ਆ, ਤਾਂ ਫਿਰ ਤੁਸੀਂ ਅੰਦਾਜ਼ਾ ਲਾ ਲਓ ਵੀ ਮੁਲਕ ਦਾ ਆਉਣ ਵਾਲੇ ਦਿਨਾਂ 'ਚ ਹਾਲ ਕੀ ਹੋ ਸਕਦਾ ਹੈ। ਸੋ ਸੰਘਰਸ਼ ਵਿੱਢਿਆ ਹੋਇਆ, ਲੱਗੇ ਹੋਏ ਆ। ਜਦੋਂ ਤੱਕ ਜਿੱਤ ਤਾਂ ਸਾਡੀ ਹੀ ਹੋਣੀ ਹੈ, ਇਹਦੇ 'ਚ ਕੋਈ ਦੋ ਰਾਏ ਨਹੀਂ ਹੈਗੀ ਇਹਦੇ 'ਚ। ਪਰ ਜਦੋਂ ਤੱਕ ਫੈਸਲਾ ਨਹੀਂ ਹੁੰਦਾ ਉਦੋਂ ਤੱਕ ਪੰਜਾਬ ਦਾ ਬੱਚਾ ਪੂਰੇ ਜੋਸ਼ੋ ਖਰੋਸ਼ ਨਾਲ ਇਸ ਸੰਘਰਸ਼ ਦੇ ਵਿੱਚ ਆਪਦੀ ਸ਼ਮੂਲੀਅਤ ਦਿੰਦਾ ਰਹੂਗਾ। ਭਾਜੀ, ਸਭ ਤੋਂ ਪਹਿਲਾਂ ਤੁਸੀਂ ਪੌਪ ਸਟਾਰ ਦੀ ਗੱਲ ਕੀਤੀ ਸੀ, ਇੰਟਰਨੈਸ਼ਨਲ ਆਰਟਿਸਟ ਨੇ ਜਿਹੜੇ, ਕਿਸ ਤਰ੍ਹਾਂ ਦੇਖਦੇ ਹੋ? ਇੱਕ ਬਾਲੀਵੁੱਡ ਹੈ ਜੋ ਭਾਰਤ ਦੇ ਵਿੱਚ ਹੈ, ਪੰਜਾਬ ਦੇ ਵਿੱਚ ਆਉਂਦੇ ਆ, ਸ਼ੂਟਿੰਗਾਂ ਕਰਦੇ ਆ, ਪੱਗ ਬੰਨ੍ਹ ਕੇ ਸ਼ੂਟਿੰਗਾਂ ਕਰਦੇ ਆ, ਇੱਕ ਕਲਚਰ ਪੰਜਾਬ ਦਾ ਦਿਖਾਉਂਦੇ ਆ, ਉਸ ਤੋਂ ਬਾਅਦ ਕੋਈ ਸਪੋਰਟ ਨਹੀਂ ਕਰਦਾ। ਕਿਸ ਤਰ੍ਹਾਂ ਦੇਖਦੇ ਹੋ? ਕਿਉਂਕਿ ਪੰਜਾਬ ਦਾ ਆਉਣ ਤੋਂ ਬਾਅਦ ਪੰਜਾਬੀ ਕਹਿਣ ਤੋਂ ਬਾਅਦ, ਅਗਰ ਮੈਂ ਸੰਨੀ ਦਿਓਲ ਦੀ ਗੱਲ ਕਰਾਂ, ਕਹਿੰਦੇ ਕਿ ਪੰਜਾਬੀ ਹਾਂ ਅਸੀਂ। ਹੋਰ ਵੀ ਜਿਹੜੇ ਵੱਡੇ ਵੱਡੇ ਐਕਟਰ ਨੇ, ਅਕਸ਼ੇ ਕੁਮਾਰ ਹੋ ਗਿਆ, ਕਾਫੀ ਮੂਵੀਜ਼ ਪੰਜਾਬ ਦੇ ਵਿੱਚ ਕੀਤੀਆਂ। ਅਤੇ ਉਸ ਤੋਂ ਬਾਅਦ ਜਦੋਂ ਇਸ ਕਿਸਾਨੀ ਕੋਲ ਸ਼ੁਰੂ ਹੁੰਦਾ ਹੈ, ਕੁਝ ਅੱਗੇ ਨਹੀਂ ਆਉਂਦੇ, ਕਿਸ ਤਰ੍ਹਾਂ, ਕੀ ਫੀਲ ਕਰਦੇ ਹੋ? ਸਪੋਰਟ ਨਹੀਂ ਕਰਦਾ ਇਹ ਨਹੀਂ ਮੈਟਰ ਕਰਦਾ, ਸਪੋਰਟ ਨਹੀਂ ਕਰਦੇ ਅਸੀਂ, ਕੋਈ ਉਹਨਾਂ ਤੋਂ ਭੀਖ ਨਹੀਂ ਮੰਗਦੇ ਵੀ ਆ ਕੇ ਸਾਡੀ ਸਪੋਰਟ ਕਰੋ। ਪਰ ਉਹ ਸਾਡੇ ਵਿਰੋਧੀ ਨੇ, ਜਿਨ੍ਹਾਂ ਦੇ ਖਿਲਾਫ ਅਸੀਂ ਜੰਗ ਛੇੜੀ ਹੋਈ ਆ, ਸਾਡੇ ਵਿਰੋਧੀਆਂ ਨਾਲ ਜਾ ਕੇ ਖੜ ਗਏ। ਉਹ ਜਦੋਂ ਤੱਕ ਤਾਂ ਇਹ ਸੰਘਰਸ਼ ਚੱਲ ਰਿਹਾ ਸੀ ਨਹੀਂ ਕੋਈ ਬੋਲਿਆ, ਸਾਨੂੰ ਕੋਈ ਫਰਕ ਨਹੀਂ ਪੈਂਦਾ ਸੀਗਾ। ਸੰਨੀ ਦਿਓਲ ਨਾਲ ਚਲੋ ਸਾਡਾ ਇੱਕ ਤਿਉ ਹੁੰਦਾ, ਇੱਕ ਹੱਕ ਹੁੰਦਾ ਬੰਦੇ 'ਤੇ ਵੀ ਸਾਡੇ ਪੰਜਾਬ ਦਾ ਪੁੱਤ, ਅਸੀਂ ਉਹਨੂੰ ਕਿਹਾ। ਧਰਮਿੰਦਰ ਨੂੰ ਨਹੀਂ ਸ਼ੁਰੂ ਤੋਂ ਪੰਜਾਬ 'ਚੋਂ ਗਏ ਹੈ, ਪੰਜਾਬੀਆਂ ਨੇ ਉਹਨਾਂ ਨੂੰ ਦਿੱਤਾ ਵੀ ਬਹੁਤ ਕੁਛ ਹੈ, ਤਾਂ ਸਾਨੂੰ ਇੱਕ ਆਪਣਾਪਣ ਲੱਗਦਾ ਸੀ, ਸਾਨੂੰ ਆਸ ਸੀ ਕਿ ਬੰਦੇ ਸਾਡੇ ਨਾਲ ਖੜਨਗੇ। ਪਰ ਉਹ ਨਹੀਂ ਖੜੇ ਸਾਡੇ ਨਾਲ, ਸਾਨੂੰ ਕੋਈ ਗਿਲਾ ਨਹੀਂ ਸੀ। ਪਰ ਦੁੱਖ ਉਸ ਦਿਨ ਹੋਇਆ ਜਦੋਂ ਸਾਡੇ ਜਾ ਕੇ ਵਿਰੋਧੀਆਂ 'ਚ ਸ਼ਾਮਲ ਹੋ ਗਏ। ਜਦੋਂ ਰਿਹਾਨਾ ਨੇ ਇੱਕ ਟਵੀਟ ਕੀਤਾ
ਅੱਜ ਤੱਕ ਉਹਨਾਂ ਨੇ ਇੱਕ ਵੀ ਟਵੀਟ ਕਿਸਾਨੀ ਸੰਘਰਸ਼ ਲਈ ਪੱਖ 'ਚ ਨਹੀਂ ਕੀਤਾ ਸੀ। ਬਟ ਉਦੋਂ ਤੋਂ ਉਹ ਟੂਗੈਦਰ ਇੰਡੀਆ ਜਿਉਂ ਗੌਰਮੈਂਟ ਦੇ ਪੱਖ 'ਚ ਜਿਉਂ ਲੱਗੇ ਤਾਂ ਉਦੋਂ ਦੁੱਖ ਲੱਗਿਆ ਵੀ ਜਦੋਂ ਸਾਡੇ ਪੰਜਾਬ ਦੇ ਹੋ ਕੇ ਤੁਸੀਂ ਪੰਜਾਬ ਦੀਆਂ ਸਾਰਾ ਗੜੀ ਬਣਾ ਕੇ ਤੁਸੀਂ ਸਿੰਘ ਇਜ਼ ਕਿੰਗ ਕਹਿ ਕੇ ਆਪਦੇ ਆਪ ਨੂੰ ਪੱਗਾਂ ਬੰਨ੍ਹ ਕੇ ਹਜ਼ਾਰਾਂ ਕਰੋੜ ਰੁਪਈਆ ਕਮਾ ਗਏ, ਅੱਜ ਜਦੋਂ ਰੀਅਲ 'ਚ ਪੰਜਾਬ ਨੂੰ ਲੋੜ ਹੈ ਤਾਂ ਤੁਸੀਂ ਸਾਡੇ ਵਿਰੋਧੀਆਂ ਨਾਲ ਖੜ ਕੇ ਜਾ ਕੇ, ਤਾਂ ਫਿਰ ਉਹਨਾਂ ਦਾ ਇਹ ਜਿਹੜਾ ਸਟੇਜਾਂ ਤੋਂ ਮਾਣ ਤਾਣ ਕਰਨਾ ਬਣਦਾ ਹਰ ਇੱਕ ਪੰਜਾਬੀ ਨੇ। ਤੇ ਮੈਂ ਤਾਂ ਪਹਿਲੇ ਦਿਨ ਤੋਂ ਹੀ ਕਰਦਾ ਆ ਰਿਹਾ। ਮੈਂ ਅੱਜ ਵੀ ਲੋਕਾਂ ਨੂੰ ਇਹੀ ਗੱਲ ਕਹਿਣਾ ਵੀ ਤੁਸੀਂ ਇਹ ਗਦਾਰਾਂ ਨੂੰ ਪਛਾਣਿਓ, ਕਿਤੇ ਫੋਟੋਆਂ ਕਰਾਉਣ ਦੇ ਚੱਕਰ 'ਚ ਦੁਬਾਰੇ ਨਾ ਇਹਨਾਂ ਨੂੰ ਆਪਣੇ ਖੇਤਾਂ 'ਚ ਵੜਨ ਦਿਓ, ਸ਼ੂਟਿੰਗਾਂ ਕਰਨ ਦਿਓ, ਇਹਨਾਂ ਦਾ ਬਾਈਕਾਟ ਕਰੋ ਪੰਜਾਬ 'ਚੋਂ ਪ੍ਰੋਪਰ ਤੌਰ 'ਤੇ। ਤਾਂ ਦੁੱਖ ਲੱਗਦਾ ਵੀ ਇਹ ਲੋਕ ਗਦਾਰਾਂ 'ਚ ਸ਼ਾਮਲ ਹੋਏ। ਇਹ ਨਕਲੀ ਡੁਪਲੀਕੇਟ ਪੰਜਾਬੀ ਨੇ, ਇਹਨਾਂ ਦੇ ਅੰਦਰੋਂ ਜਿਹੜਾ ਖੂਨ ਹੈ ਪੰਜਾਬ ਦੇ ਕਣ ਦੇ ਉਹ ਨਹੀਂ ਰਹੇ। ਇਹਨਾਂ ਨੇ ਇਹ ਸਾਬਤ ਕਰਤਾ ਇਸ ਸੰਘਰਸ਼ ਦੇ ਵਿੱਚ। ਚਲੋ ਸਾਨੂੰ ਵੀ ਇਹ ਕਲੀਅਰ ਹੋ ਗਿਆ ਵੀ ਕੌਣ ਸਾਡਾ ਆਪਣਾ ਕੌਣ ਬੇਗਾਨਾ। ਇਹ ਲੋਕ ਹੁਣ ਯਾਦ ਰੱਖਣਗੇ, ਪੰਜਾਬੀ ਕਦੇ ਭੁੱਲਦੇ ਨਹੀਂ ਹੁੰਦੇ। ਜਿੱਥੇ ਵੀ ਇਹ ਪੰਜਾਬ 'ਚ ਜਦੋਂ ਵੀ ਆਉਣਗੇ ਇਹਨਾਂ ਦਾ ਬਣਦਾ ਮਾਣ ਤਾਣ ਪੰਜਾਬੀਆਂ ਵੱਲੋਂ ਪੂਰਾ ਕੀਤਾ ਜਾਊਗਾ। ਪਰ ਇਸ ਵਾਰੀ ਸਤਿਕਾਰ ਵਾਲਾ ਮਾਣ ਤਾਣ ਨਹੀਂ, ਇਸ ਵਾਰੀ ਮਾਣ ਤਾਣ ਜਿਹੜਾ ਹੋਊਗਾ ਇਹਨਾਂ ਦੇ ਵਿਰੋਧ ਵਾਲਾ ਮਾਣ ਤਾਣ ਹੈ ਨਾ। ਹੋ ਸਕਦਾ ਕੋਈ ਜਜ਼ਬਾਤੀ ਕੋਈ ਵੀਰ ਮੇਰੇ ਕੋਈ ਹੋ ਕੇ ਜਜ਼ਬਾਤੀ, ਤਾਂ ਮੈਨੂੰ ਲੱਗਦਾ ਵੀ ਛਿੱਤਰ ਪਤਾਣ ਵਾਲਾ ਵੀ ਕੰਮ ਆਉਣ ਵਾਲੇ ਦਿਨਾਂ 'ਚ ਹੋ ਸਕਦਾ ਇਹਨਾਂ ਦੇ ਨਾਲ, ਜੇ ਸ਼ੂਟਿੰਗਾਂ ਕਰਨ ਪੰਜਾਬ 'ਚ ਆਉਂਦੇ ਆ। ਸੋ ਮੈਨੂੰ ਨਹੀਂ ਲੱਗਦਾ ਵੀ ਲੋਕ ਹੁਣ ਉਹਨਾਂ ਨੂੰ ਕਦੇ ਸਵੀਕਾਰ ਕਰਨਗੇ। ਪੰਜਾਬੀਆਂ ਦਾ ਇਹ ਖੂਬੀ ਰਹੀ ਹੈ, ਜਿਹਨੂੰ ਪਿਆਰ ਕਰਦੇ ਆ, ਪਿਆਰ ਵੀ ਬਹੁਤ ਕਰਦੇ ਆ। ਜਦੋਂ ਦਤਕਾਰ ਦਿੰਦੇ ਆ ਤਾਂ ਐਸੀ ਬੁਰੀ ਤਰ੍ਹਾਂ ਦਤਕਾਰਦੇ ਆ, ਮੁੜ ਕੇ ਉਹਨੂੰ ਕਦੇ ਕਲਾਮ ਨਹੀਂ ਕਰਦੇ, ਉਹਦੀ ਅੱਖ ਚੱਕ ਨਹੀਂ ਪਲਾਉਂਦੇ। ਸੋ ਇਹ ਲੋਕ ਬੜੇ ਕਲੀਅਰ ਹੋਏ ਆ, ਤਾਂ ਦੁੱਖ ਲੱਗਿਆ। ਪਰ ਸਾਨੂੰ ਕੋਈ ਸੰਘਰਸ਼ ਦਾ ਕੋਈ ਫਰਕ ਨਹੀਂ ਪੈਂਦਾ। ਸੰਘਰਸ਼ ਸਮਾਂ ਜਦੋਂ ਸਾਨੂੰ ਇਹ ਲੱਗਦਾ ਵੀ ਇਹ ਲੋਕ ਸਾਡੇ ਨਾਲ ਗਦਾਰੀ ਕਰਕੇ, ਸਾਨੂੰ ਇੱਕ ਦੁਬਾਰੇ ਹੌਸਲਾ ਮਿਲਦਾ ਵੀ ਹੁਣ ਤਾਂ ਯਾਰ ਡੈਫੀਨੇਟਲੀ ਜਿੱਤਾਂਗੇ ਤੇ ਇਹਨਾਂ ਨੂੰ ਕਰਕੇ ਦਿਖਾਵਾਂਗੇ। ਸੋ ਲੱਗੇ ਹੋਏ ਆ, ਬਾਬਾ ਮਿਹਰ ਕਰੂਗਾ, ਅਸੀਂ ਬਹੁਤ ਜਲਦੀ ਇਹ ਸੰਘਰਸ਼ ਆ ਜਿਹੜਾ ਜਿੱਤਾਂਗੇ। ਗੁਰਨਾਮ ਸਿੰਘ ਚੜੂੰਨੀ ਕਹਿੰਦੇ ਆ ਕਿ ਕਿਸਾਨ ਕਾਫੀ ਪਰੇਸ਼ਾਨ ਹੋ ਚੁੱਕੇ ਆ ਤੇ ਹੁਣ ਸਰਕਾਰਾਂ ਨੂੰ ਪਰੇਸ਼ਾਨ ਕਰਨ ਦਾ ਸਮਾਂ ਆ ਚੁੱਕਿਆ। ਕੀ ਕਹਿਣਾ ਚਾਹੋਗੇ? ਦੇਖੋ ਕਿਤੇ ਨਾ ਕਿਤੇ ਬੰਦਾ ਜਜ਼ਬਾਤਾਂ ਦੇ ਵਹਿਣ 'ਚ ਬਹਿ ਜਾਂਦਾ ਹੈ। 300 ਤੋਂ ਉੱਤੇ ਸ਼ਹੀਦੀਆਂ ਹੋ ਗਈਆਂ, ਠੰਡ ਵੀ ਲੰਘ ਗਈ, ਉੱਥੇ ਗਰਮੀ ਵੀ ਲੰਘ ਗਈ, ਦੁਬਾਰੇ ਗਰਮੀਆਂ ਸ਼ੁਰੂ ਹੋ ਗਈਆਂ, ਲਗਾਤਾਰ ਉੱਥੇ ਬੈਠੇ ਆ, ਨਹੀਂ ਸੁਣਵਾਈ ਹੋ ਰਹੀ ਹੈਗੀ। ਕਿਤੇ ਨਾ ਕਿਤੇ ਬੰਦਾ ਜਜ਼ਬਾਤੀ ਹੋ ਜਾਂਦਾ, ਫਿਰ ਕੋਈ ਨਾ ਕੋਈ ਸਖਤ ਐਕਸ਼ਨ ਲੈਂਦਾ। ਤਾਂ ਇਹ ਤਾਂ ਗੌਰਮੈਂਟਾਂ ਨੂੰ ਚਾਹੀਦਾ ਨਾ ਕਿ ਗੱਲਬਾਤ ਦੇ ਜ਼ਰੀਏ, ਅਸੀਂ ਤਾਂ ਗੱਲਬਾਤ ਦੇ ਜ਼ਰੀਏ ਹੀ ਗੱਲ ਦਾ ਹੱਲ ਕਰਨਾ ਚਾਹੁੰਦੇ ਹਾਂ। ਅਸੀਂ ਤਾਂ ਲਗਾਤਾਰ ਚਾਹੁੰਦੇ ਹਾਂ ਕਿ ਗੌਰਮੈਂਟ ਬਹਿ ਕੇ ਟੇਬਲ 'ਤੇ ਗੱਲ ਕਰੇ, ਨੈਗੋਸ਼ੀਏਸ਼ਨ ਕਰਕੇ ਹਰ ਇੱਕ ਚੀਜ਼ ਦਾ ਹੱਲ ਹੈ। ਪਰ ਉਹ ਨਹੀਂ ਚਾਹੁੰਦੀ। ਉਹ ਮਤਲਬ ਇੱਕ ਆਪਦਾ ਅੜੀਅਲ ਰਵੱਈਆ ਜਿਹੜਾ ਜੋ ਕਹਿਤਾ, ਜੋ ਅਸੀਂ ਕਰਤਾ ਉਹ ਸਹੀ ਹੈ, ਤਾਂ ਉੱਦਾਂ ਨਹੀਂ ਚੱਲੂਗਾ। ਜਦੋਂ ਲੋਕਤੰਤਰ ਦੀ ਖੂਬਸੂਰਤੀ ਇਹੀ ਹੁੰਦੀ ਹੈ ਕਿ ਉੱਥੇ ਲੋਕਾਂ ਦਾ ਅਧਿਕਾਰ ਹੁੰਦਾ ਹੈ, ਡੈਮੋਕ੍ਰੈਟਿਕ ਰਾਈਟ ਨੇ ਸਾਡੇ ਕੋਲ। ਇਹ ਸਭ ਤੋਂ ਵੱਡਾ ਦੁਨੀਆ ਦਾ ਲੋਕਤੰਤਰ ਆ। ਅਤੇ ਇੱਥੇ ਸਾਨੂੰ ਸੰਵਿਧਾਨ ਇਹ ਹੱਕ ਦਿੰਦਾ ਹੈ ਕਿ ਅਸੀਂ ਸਾਡਾ ਜਮਹੂਰੀਅਤ ਹੱਕ ਹੈ ਕਿ ਅਸੀਂ ਧਰਨੇ ਮੁਜ਼ਾਹਰੇ ਕਰ ਸਕਦੇ ਹਾਂ। ਅਤੇ ਜਦੋਂ ਤੱਕ ਕੋਈ ਨਾ ਕੋਈ ਸਿੱਟਾ ਨਹੀਂ ਨਿਕਲਦਾ ਅਸੀਂ ਲੱਗੇ ਰਹਾਂਗੇ, ਅਸੀਂ ਪਿੱਛੇ ਨਹੀਂ ਹਟਾਂਗੇ। ਕਿਸਾਨ ਜਿਹੜੇ ਨੇ ਬੰਗਾਲ ਦੇ ਵਿੱਚ ਪਹੁੰਚ ਚੁੱਕੇ ਨੇ। ਬੰਗਾਲ ਦੇ ਵਿੱਚ ਬੀਜੇਪੀ ਹੁਣ ਵੀ ਕਹਿ ਰਹੀ ਹੈ ਕਿ 200 ਪਾਰ ਸੀਟਾਂ ਜਿਹੜੀਆਂ ਨੇ ਲੈ ਕੇ ਜਾਣਗੀਆਂ। ਪਰ ਕਿਸਾਨ ਹੱਲੇ ਰਾਜੇਵਾਲ ਸਾਹਿਬ ਨੂੰ ਸੁਣਿਆ, ਡਾਕਟਰ ਦਰਸ਼ਨਪਾਲ ਨੂੰ ਸੁਣਿਆ, ਤੇ ਗੁਰਨਾਮ ਸਿੰਘ ਚੜੂੰਨੀ, ਰੁਲਦੂ ਸਿੰਘ ਮਾਨਸਾ ਬੈਠੇ ਸੀਗੇ, ਤੇ ਕਹਿ ਰਹੇ ਕਿ ਇਸ ਵਾਰੀ ਬੰਗਾਲ ਦੇ ਵਿੱਚ ਬੀਜੇਪੀ ਨਹੀਂ ਜਿੱਤੂਗੀ। ਇੱਕ ਤਰ੍ਹਾਂ ਬੀਜੇਪੀ ਕਹਿ ਰਹੀ ਹੈ 200 ਪਾਰ ਸੀਟਾਂ ਆਉਣਗੀਆਂ। ਤੇ ਦੇਖਦੇ ਹੋ ਕਿ ਅਗਰ ਬੰਗਾਲ ਦੇ ਵਿੱਚ ਬੀਜੇਪੀ ਨਹੀਂ ਜਿੱਤਦੀ ਤਾਂ ਫਿਰ ਕਿਸ ਤਰ੍ਹਾਂ ਦੇਖਦੇ ਹੋ ਕਿ ਕਿਸਾਨੀ ਅੰਦੋਲਨ ਦਾ ਜਿਹੜਾ ਸਮਾਂ ਕਹਿ ਰਹੇ ਕਿ ਹੁਣ 2024 ਤੱਕ ਜਿਹੜੇ ਸਰਹੱਦਾਂ ਤੇ ਬੈਠੇ ਨੇ ਤਾਂ ਕੁਝ ਫਰਕ ਪਊਗਾ ਜਾਂ ਟਾਈਮ ਲਿਮਿਟ ਘਟੂਗੀ ਮਾੜੀ ਜੀ? ਉਹ ਜਿਵੇਂ ਕਹਿੰਦੇ ਆ ਕਿ ਉਹ ਨਈਆ ਬਾਲ ਕਿੱਡੇ ਉਹ ਕਹਿੰਦਾ ਬਸ ਤੇਰੇ ਹੁਣ ਮੂਹਰੇ ਹੀ ਆ ਜਾਣੇ ਨੇ, ਵਕਤ ਨੇ ਫੈਸਲਾ ਕਰ ਦੇਣਾ। ਇੰਨੀ ਬੁਰੀ ਤਰ੍ਹਾਂ ਜਦੋਂ ਹੁਣ ਸਾਡੇ ਕਿਸਾਨ ਭਰਾ ਉੱਥੇ ਗਏ ਆ, ਉਹਨਾਂ ਨੂੰ ਐਡਾ ਭਰਮਾ ਹੰਗਾਰਾ। ਇੱਕ ਦੋ ਆਗੂ ਨੇ ਜਥੇਬੰਦੀਆਂ ਦੇ, ਮੇਰੇ ਬੜੇ ਚੰਗੇ ਮਿੱਤਰ ਨੇ, ਮੇਰੀ ਉਹਨਾਂ ਨਾਲ ਗੱਲਬਾਤ ਹੋਈ। ਉਹ ਕਹਿੰਦੇ ਸਾਨੂੰ ਆਸ ਨਹੀਂ ਸੀ ਵੀ ਬੰਗਾਲ 'ਚ ਸਾਡਾ ਐਡੇ ਵੱਡੇ ਪੱਧਰ 'ਤੇ ਸਾਨੂੰ ਲੋਕ ਹੰਗਾਰਾ ਦੇਣਗੇ, ਪਰ ਸਾਡੀ ਸੋਚ ਤੋਂ ਪਰੇ ਦਾ ਹੰਗਾਰਾ ਮਿਲਿਆ। ਐਡੇ ਇਕੱਠ ਹੋਏ, ਕਈ ਲੋਕਾਂ ਨੇ ਤਾਂ ਉੱਥੇ ਟਿਕਟਾਂ ਵੀ ਵਾਪਸ ਕੀਤੀਆਂ ਵੀ ਅਸੀਂ ਬੀਜੇਪੀ ਵੱਲੋਂ ਚੋਣ ਨਹੀਂ ਲੜਾਂਗੇ। ਵਕਤ ਨੇ ਫੈਸਲਾ। ਦੇਖੋ ਜੇ ਤਾਂ EVM ਫੈਕਟਰ ਚੱਲ ਗਿਆ ਧੋਖੇ ਨਾਲ, ਜੋ ਇਹ ਗੌਰਮੈਂਟਾਂ ਬਣ ਰਹੀਆਂ ਨੇ, ਜਿੱਦਾਂ ਜੋ ਲੋਕ ਇਹ ਚੱਲ ਰਿਹਾ ਸਿਸਟਮ, ਫਿਰ ਤਾਂ ਨਹੀਂ ਕੁਝ ਕਹਿ ਸਕਦੇ। ਜੇ ਪਾਰਸ਼ੈਲਿਟੀ ਨਾਲ ਵੋਟਾਂ ਪੈਣਗੀਆਂ ਤਾਂ ਫਿਰ ਉੱਥੇ ਡੈਫੀਨੇਟਲੀ ਜਿਹੜੀ ਬੀਜੇਪੀ ਦੀ ਹਾਰ ਹੈ ਉਹ ਪੱਕੀ ਹੈ। ਖੇਤੀਬਾੜੀ ਮੰਤਰੀ ਕਹਿੰਦੇ ਆ ਕਿ ਕਿਸਾਨ ਬੰਗਾਲ ਪੱਥਰਾਂ ਨਾਲ ਮੱਥਾ ਮਾਰਨ ਗਏ ਆ। ਖੇਤੀਬਾੜੀ ਮੰਤਰੀ ਤਾਂ ਪਹਿਲਾਂ ਇਹ ਵੀ ਕਹਿੰਦੇ ਸੀਗੇ ਕਿ ਇਹ ਟੁਕੜੇ ਗਏਗਾ, ਇਹ ਪੰਜਾਬ ਵਾਲੇ ਲੋਕਾਂ ਨੂੰ ਹੀ ਪ੍ਰੋਬਲਮ ਹੈ, ਇਕੱਲੀ ਇਹਨਾਂ ਨੂੰ ਪਾਕਿਸਤਾਨ ਤੋਂ ਫੰਡਿੰਗ ਹੈ, ਇਹ ਅੱਤਵਾਦੀ ਨੇ। ਖੇਤੀਬਾੜੀ ਮੰਤਰੀ ਦਾ ਹੁਣ ਬਿਆਨ ਆ ਗਿਆ ਕਿ ਇਕੱਠਾਂ ਨਾਲ ਕਦੇ ਬਿੱਲ ਰੱਦ ਨਹੀਂ ਹੋਇਆ ਕਰਦੇ। ਤਾਂ ਹੁਣ ਖੇਤੀਬਾੜੀ ਮੰਤਰੀ 'ਤੇ ਕੀ ਯਕੀਨ ਕਰ ਲਈਏ? ਪਹਿਲਾਂ ਉਹ ਸਾਨੂੰ ਟੁਕੜੇ ਗਏ ਕਹਿੰਦਾ ਸੀ, ਕਹਿੰਦਾ ਸੀ ਬਹੁਤ ਘੱਟ ਗਿਣਤੀ ਆ। ਹੁਣ ਉਹ ਕਹਿੰਦੇ ਨੇ ਇਕੱਠਾਂ ਨਾਲ ਕਦੇ ਬਿੱਲ ਨਹੀਂ ਰੱਦ ਹੋਇਆ ਕਰਦੇ। ਤਾਂ ਇੱਕ ਇਕੱਠ ਕਰਕੇ ਦਿਖਾ ਤਾ ਨਾ ਅੱਜ
ਪੰਜਾਬੀਆਂ ਨੇ ਸ਼ੁਰੂ ਕੀਤਾ, ਅੱਜ ਦਿਖਾਤਾ ਕਿਸਾਨਾਂ ਨੇ ਵੀ ਅਸੀਂ ਇੱਕ ਹੈ, ਸਾਡੇ 'ਚ ਕੋਈ YSL ਨਹੀਂ ਆਉਂਦਾ, ਕੋਈ ਸਾਡੇ 'ਚ ਪਾਣੀਆਂ ਦਾ ਮੁੱਦਾ ਨਹੀਂ ਆਉਂਦਾ, ਕੋਈ ਸਾਡੇ 'ਚ ਹੋਰ ਚੰਡੀਗੜ੍ਹ ਨੂੰ ਲੈ ਕੇ ਲੜਾਈ ਨਹੀਂ ਆਉਂਦੀ। ਅੱਜ ਪੰਜਾਬ ਹਰਿਆਣਾ ਇੱਕ ਟਰਾਲੀ 'ਚ ਸੌਂਦੇ ਨੇ, 3 ਹਰਿਆਣੇ ਵਾਲੇ ਹੁੰਦੇ ਨੇ, 2 ਪੰਜਾਬੀ ਹੁੰਦੇ ਨੇ, ਇੱਕ ਲੰਗਰ 'ਚ ਰੋਟੀ ਖਾਂਦੇ ਨੇ। ਏਕਾ ਕਰਕੇ ਦਿਖਾਤਾ ਨਾ। ਬੰਗਾਲ 'ਚ ਜਦੋਂ ਨਤੀਜੇ ਆਉਣੇ ਨੇ, ਇਹ ਤਾਂ ਜਵਾਬ ਉਦੋਂ ਕਲੀਅਰ ਹੋਣਾ। ਅੱਜ ਜੋ ਮਰਜ਼ੀ ਉਹ ਕਹੀ ਜਾਣ, ਪਰ ਲੋਕਾਂ ਨੂੰ ਪਤਾ ਲੱਗ ਗਿਆ ਵੀ ਇਹ ਜਿਹੜੀ ਗੌਰਮੈਂਟ ਆ ਸਾਡੇ ਲਈ ਕਿੰਨੀ ਖਤਰਨਾਕ ਹੈ। ਇੰਨੀ ਖਤਰਨਾਕ ਗੌਰਮੈਂਟ ਤਾਂ ਮੈਨੂੰ ਨਹੀਂ ਲੱਗਦਾ ਅੱਜ ਤੱਕ ਕਦੇ ਮੇਰਾ ਮੰਨ ਕੇ ਚੱਲੋ 28 29 ਸਾਲ ਦੀ ਉਮਰ ਹੈ, ਮੈਂ ਰਾਜਨੀਤਿਕ ਸੂਝ-ਬੂਝ ਵੀ ਰੱਖਦਾ, ਮੈਂ ਦੁਨਿਆਵੀ ਚੀਜ਼ਾਂ ਦੀ ਵੀ ਨੌਲੇਜ ਰੱਖਦਾ, ਤਾਂ ਮੈਨੂੰ ਨਹੀਂ ਲੱਗਦਾ ਇਤਿਹਾਸ 'ਚ ਕੋਈ ਐਡੀ BJP ਦੇ ਬੜੇ ਚੰਗੇ ਲੀਡਰ ਰਹੇ ਨੇ, ਅਟਲ ਬਿਹਾਰੀ ਵਾਜਪਾਈ, ਰਾਜਨਾਥ ਵਾਲੇ ਵੀ ਸਟਿਲ ਮੈਨੂੰ ਲੱਗਦਾ ਵੀ ਉਹ ਇੱਕ ਐਸਾ ਬੰਦਾ ਜਿਹੜਾ ਨਿਰਪੱਖ ਗੱਲ ਕਰਦਾ। ਪਰ ਪਤਾ ਨਹੀਂ ਕੀ ਕਾਰਨ ਹੈ ਕਿ ਉਹ ਅੱਗੇ ਆ ਕੇ ਕਿਉਂ, ਉਹਨਾਂ ਦੀਆਂ ਕੀ ਮਜਬੂਰੀਆਂ ਨੇ, ਉਹਨਾਂ ਨੂੰ ਅੱਗੇ ਆਉਣ ਨਹੀਂ ਦਿੱਤਾ ਜਾ ਰਿਹਾ। ਕਾਰਪੋਰੇਟ ਦੇ ਨਾਲ ਤਾਲਮੇਲ ਕਰਕੇ ਗੌਰਮੈਂਟ ਚੱਲ ਰਹੀ ਹੈ, ਸਭ ਨੂੰ ਹੀ ਪਤਾ ਕੌਣ ਇਹ ਸਰਕਾਰ ਚਲਾ ਰਿਹਾ। ਸੋ ਮੈਨੂੰ ਲੱਗਦਾ ਵੀ ਆਉਣ ਵਾਲੇ ਦਿਨਾਂ 'ਚ ਸਭ ਕੁਝ ਕਲੀਅਰ ਹੋ ਜਾਣਾ। ਜੇ ਉਹ ਕਹਿ ਰਹੇ ਨੇ, ਉਹ ਆਪਦੇ ਬੁਨਿਆਦੀ ਉਹਨਾਂ ਦੇ ਜੁਮਲੇ ਨੇ। ਹੁਣ 15 ਲੱਖ ਵਾਲਾ ਵੀ ਉਹਨਾਂ ਨੇ ਕਹਿ ਹੀ ਦਿੱਤਾ ਨੇ ਵੀ ਇਹ ਤਾਂ ਸਾਡੇ ਜੁਮਲੇ ਨੇ। ਜੁਮਲਿਆਂ ਦੇ ਸਿਰਾਂ ਤੇ ਕਦੇ ਸਰਕਾਰਾਂ ਨਹੀਂ ਚੱਲਦੀਆਂ ਹੁੰਦੀਆਂ। ਲੋਕਾਂ ਨੂੰ ਪਤਾ ਲੱਗ ਗਿਆ ਵੀ ਦਿੱਲੀ ਲਗਾਤਾਰ ਹਰ ਇੱਕ ਵਰਗ ਨੇ ਸ਼ਮੂਲੀਅਤ ਕੀਤੀ ਹੈ, ਵੀ ਬਾਰਡਰਾਂ ਤੇ ਬੈਠੇ ਲੋਕਾਂ ਨੇ ਦਿਨ ਨਹੀਂ ਦੇਖਿਆ, ਰਾਤ ਨਹੀਂ ਦੇਖੀ। ਪੂਰੀ ਦੁਨੀਆ ਨੂੰ ਜਦੋਂ ਪਤਾ ਲੱਗ ਗਿਆ ਤਾਂ ਬੰਗਾਲ ਤਾਂ ਫਿਰ ਵੀ ਸਾਡੇ ਭਾਰਤ ਦੇਸ਼ ਦਾ ਇੱਕ ਖੇਤ ਸੂਬਾ ਹੈ, ਤਾਂ ਉਹਨਾਂ ਨੂੰ ਵੀ ਪਤਾ ਹੈ ਵੀ ਜੇ ਗੌਰਮੈਂਟ ਸਾਡੇ ਆ ਗਈ ਤਾਂ ਸਾਡੇ ਪੱਲੇ ਜੋ ਕੁਛ ਹੈ ਬੰਗਾਲ 'ਚ ਇਹਨਾਂ ਨੇ ਉਜਾੜ ਦੇਣਾ, ਵਿਕਾਸ ਨਹੀਂ ਕਰਨਾ ਇਹਨਾਂ ਨੇ। ਜੋ ਸਾਡੇ ਕੋਲ ਹੈਗਾ ਉਹ ਵੀ ਖੋਹ ਕੇ ਲੈ ਜਾਣਾ। ਤਾਂ ਬੰਗਾਲ ਦੇ ਲੋਕ ਮੈਨੂੰ ਨਹੀਂ ਲੱਗਦਾ ਇਹ ਗਲਤੀ ਕਰਨਗੇ ਵੀ ਉਹ ਦੁਬਾਰੇ BJP ਨੂੰ ਸੱਤਾ 'ਚ ਲੈ ਕੇ ਆਉਣਗੇ। ਤੇ ਅਗਰ ਭਾਜੀ ਮੈਂ ਗੱਲ ਕਰਾਂ 26 ਜਨਵਰੀ ਦੀ ਗੱਲ ਕਰਾਂ, ਉਸ ਤੋਂ ਬਾਅਦ ਕੋਈ ਵਾਕਿਆ ਹੋਇਆ ਉੱਥੇ, ਤੇ ਉਸ ਤੋਂ ਬਾਅਦ ਆਦੇ ਕਿਸਾਨ ਵਾਪਸ ਆ ਜਾਂਦੇ ਆ, ਤੁਸੀਂ ਵਾਪਸ ਆ ਜਾਂਦੇ ਆ, ਨਾਲ ਕੁਛ ਛੋਟੀ ਛੋਟੀ ਚੀਜ਼ਾਂ ਨੂੰ ਲੈ ਕੇ ਤਣਾਅ ਜਿਹੜਾ ਉਹ ਵੱਧ ਜਾਂਦਾ, ਗਰੁੱਪਬਾਜ਼ੀ ਹੋ ਜਾਂਦੀ ਹੈ। ਤੁਸੀਂ ਜੋ ਮੈਂ ਕਹਿਣਾ ਚਾਹ ਰਿਹਾ ਤੁਸੀਂ ਸਮਝ ਸਕਦੇ ਹੋ ਕਿ ਦੇਖੋ, ਜਦੋਂ ਐਡਾ ਵੱਡਾ ਅੰਦੋਲਨ ਖੜਾ ਹੁੰਦਾ, ਸੰਘਰਸ਼ ਖੜਾ ਹੁੰਦਾ, ਇਹਦੇ 'ਚ ਮਾੜੀਆਂ ਮੋਟੀਆਂ ਚੀਜ਼ਾਂ ਚੱਲਦੀਆਂ ਰਹਿੰਦੀਆਂ ਨੇ। ਕਈ ਵਾਰੀ ਇਹ ਹੁੰਦਾ ਵੀ ਸਰਕਾਰਾਂ ਕੁਛ ਬੰਦੇ ਆਪਦੇ ਵੀ ਵਿੱਚ ਫਿੱਟ ਕਰ ਦਿੰਦੀਆਂ ਨੇ ਵੀ ਇਹਨਾਂ ਨੂੰ ਤਾਰ ਪੀਡੋ ਕਰ ਦਿੱਤਾ ਜਾਵੇ। ਪਰ ਮੈਨੂੰ ਲੱਗਦਾ ਵੀ ਇਹ ਜਿਹੜਾ ਮੁੱਦਾ ਬੜਾ ਸੈਂਸਿਟਿਵ ਹੈ। ਇਹ ਤਾਂ ਵੋਟਾਂ ਦੀ ਜਾਂ ਰਾਜਨੀਤੀ ਦੀ ਲੜਾਈ ਨਹੀਂ ਹੈਗੀ। ਇਹ ਲੜਾਈ ਹੈ ਸਾਡੀਆਂ ਆਉਣ ਵਾਲੀਆਂ ਨਸਲਾਂ ਦੀ, ਸਾਡੀਆਂ ਫਸਲਾਂ ਦੀ, ਸਾਡੀ ਜ਼ਮੀਰ ਦੀ। ਇਹ ਲੜਾਈ ਆ ਸਾਡੀ ਪੱਗ ਦੀ। ਸਾਡੇ ਤੇ ਕੋਈ ਉਵੇਂ ਉਹਨਾਂ ਨੇ ਡਾਕਾ ਅੱਜ ਸਾਡੀ ਪੱਗ ਨੂੰ ਹੱਥ ਪਾਇਆ, ਕੋਈ ਇਹ ਖੇਤਾਂ ਨੂੰ ਖੋਹਣਾ, ਕੋਈ ਕਾਨੂੰਨ ਲੈ ਕੇ ਆਉਣਾ, ਕੋਈ ਮਾੜੀ ਗੱਲ ਨਹੀਂ। ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਹਟਿਆ ਬਰੀਫ 'ਚ ਸਾਰਾ ਕੁਝ, ਵੀ ਉਹ ਸਲਾਹਾਂ ਨਾਲ ਆਉਂਦੇ ਨੇ। ਜੇ ਕੋਈ ਮੈਨੂੰ ਚੀਜ਼ ਹਜਮ ਹੀ ਨਹੀਂ, ਅੱਜ ਇੱਥੇ ਆਪਾਂ ਇਹਦੇ 'ਤੇ ਬੈਠੇ ਹਾਂ, ਮੈਂ ਨੌਨ ਵੈਜ ਨਹੀਂ ਖਾਂਦਾ, ਇਹ ਮੈਨੂੰ ਕਿਵੇਂ ਧੱਕੇ ਨਾਲ ਮੈਨੂੰ ਨੌਨ ਵੈਜ ਵਾਲਾ ਬਰਗਰ ਖਿਲਾ ਦੇਣਗੇ? ਨਹੀਂ ਖਿਲਾ ਸਕਦੇ, ਮੈਂ ਨਹੀਂ ਖਾਊਂਗਾ। ਇਹ ਚੀਜ਼ ਗੌਰਮੈਂਟ ਧੱਕੇ ਨਾਲ ਕਿਸਾਨਾਂ ਨੂੰ ਕਹਿ ਰਹੀ ਹੈ ਵੀ ਕਾਨੂੰਨ ਤੁਹਾਡੇ ਲਈ ਬਹੁਤ ਚੰਗੇ ਨੇ, ਸੋ ਸਾਡੇ ਲਈ ਚੰਗੇ ਨਹੀਂ ਹੈਗੇ। ਜਦੋਂ ਐਡਾ ਸੰਘਰਸ਼ ਖੜਾ ਹੁੰਦਾ ਤਾਂ ਮਾੜੀਆਂ ਮੋਟੀਆਂ ਊਚ ਨੀਚਾਂ ਚੀਜ਼ਾਂ ਆ ਜਾਂਦੀਆਂ ਨੇ। 26 ਨੂੰ ਜਿਹੜਾ ਕੰਮ ਹੋਇਆ, ਗੌਰਮੈਂਟ ਜੋ ਚਾਹੁੰਦੀ ਸੀ ਵੀ ਇਹ 2 ਫਾੜ ਹੋ ਜਾਣ, ਚਲੋ ਨੌਜਵਾਨਾਂ 'ਚ ਇੱਕ ਗਰਮਜੋਸ਼ੀ ਹੈ, ਜੋਸ਼ ਹੈ, ਲਾਲ ਕਿਲ੍ਹੇ 'ਤੇ ਚਲੇ ਗਏ, ਕੋਈ ਬੁਰੀ ਗੱਲ ਨਹੀਂ। ਲਾਲ ਕਿਲ੍ਹਾ ਵੀ ਸਾਡਾ ਹੀ ਇੱਕ ਦੇਸ਼ ਦਾ ਹਿੱਸਾ ਹੈ, ਜੇ ਅਸੀਂ ਉੱਥੇ ਚਲੇ ਗਏ। ਕਿਸਾਨ ਆ, ਕੋਈ ਅੱਤਵਾਦੀ ਨਹੀਂ ਹੈਗੇ। ਲਾਲ ਕਿਲ੍ਹੇ ਦੀ ਬੇਇੱਜ਼ਤੀ ਇਹਨਾਂ ਨੇ ਕਿਹਾ ਵੀ ਇਹਨਾਂ ਨੇ ਕਰਤੀ। ਲਾਲ ਕਿਲ੍ਹੇ ਦੀ ਉਦੋਂ ਦਾ ਬੇਇੱਜ਼ਤੀ ਹੋਈ ਨਹੀਂ ਜਦੋਂ ਡਾਲਮੀਆ ਗਰੁੱਪ ਨੂੰ ਲੀਜ਼ 'ਤੇ ਦੇ ਦਿੱਤਾ ਗਿਆ। ਉਦੋਂ ਤਾਂ ਲਾਲ ਕਿਲ੍ਹੇ ਦਾ ਕੋਈ ਮੈਂ ਕਹਿੰਦਾ ਵੀ ਇੱਕ ਇੰਡੀਆ ਦਾ ਇੱਕ ਉਹ ਵੱਡਾ ਸਥਾਨ ਹੈ ਲਾਲ ਕਿਲ੍ਹਾ, ਜਿਹੜਾ ਸਾਡੀ ਰੀਪ੍ਰਜੈਂਟ ਕਰਦਾ ਬਾਹਰਲੇ ਮੁਲਕਾਂ 'ਚ। ਜਦੋਂ ਤੁਸੀਂ ਉਹਨੂੰ ਪ੍ਰਾਈਵੇਟ ਕਰਨ ਉਹਦਾ ਕਰ ਸਕਦੇ ਹੋ, ਉਦੋਂ ਤਾਂ ਉਹਦੀ ਬੇਇੱਜ਼ਤੀ ਹੋਈ ਨਹੀਂ। ਜੇ ਕਿਸਾਨ ਆਪਦੀਆਂ ਹੱਕਾਂ ਨੂੰ ਲੈ ਕੇ ਲਾਲ ਕਿਲ੍ਹੇ 'ਤੇ ਚਲੇ ਗਿਆ ਤਾਂ ਫਿਰ ਬੇਇੱਜ਼ਤੀ ਇਹਦੇ 'ਚ ਕਿਵੇਂ ਹੋਊਗੀ ਲਾਲ ਕਿਲ੍ਹੇ ਦੀ? ਤਿਰੰਗਾ ਕਹਿੰਦੇ ਜੀ ਤਿਰੰਗੇ ਦਾ ਅਪਮਾਨ ਕਰਤਾ। ਤਿਰੰਗੇ ਦਾ ਅਪਮਾਨ ਵਾਰ-ਵਾਰ ਹਰ ਇੱਕ ਬੰਦਾ ਕਹਿੰਦਾ ਵੀ ਸਾਨੂੰ ਦੱਸਣਗੇ। ਬਾਰਡਰਾਂ 'ਤੇ ਜਦੋਂ ਲੋੜ ਪੈਂਦੀ ਹੈ ਤਾਂ ਸਾਡੇ ਵੀਰ ਸਿੱਖ ਰੈਜੀਮੈਂਟ ਸਭ ਤੋਂ ਮੂਹਰੇ ਹੁੰਦੀ ਹੈ। ਅੱਜ ਵੀ ਬਰਫਾਂ ਦੇ ਵਿੱਚ, ਪਹਾੜਾਂ ਦੇ ਵਿੱਚ ਸਿੱਖ ਰੈਜੀਮੈਂਟ ਡਟੀ ਹੋਈ ਹੈ, ਅਤੇ ਉੱਥੇ ਖਾਲਸੇ ਦਾ ਨਿਸ਼ਾਨ ਨਾਲ ਲੈ ਕੇ ਚੱਲਦੇ ਆ। ਦੇਖੋ ਨੌਜਵਾਨ ਟਰੈਕਟਰਾਂ 'ਤੇ, ਕੈਮਰੇ ਵਾਲ ਨੂੰ ਕਹਿੰਦਾ ਮੈਂ ਪਿੱਛੇ ਦਿਖਾਓ ਟਰੈਕਟਰਾਂ 'ਤੇ ਕਿਵੇਂ ਝੰਡੇ ਲੱਗੇ ਹੋਏ ਆ ਨਾ, ਕਿਸਾਨੀ ਦੇ ਝੰਡੇ ਆ, ਨਾਲ ਸਾਡੇ ਪੰਥ ਦੇ ਝੰਡੇ ਆ। ਇਹ ਕੋਈ ਬੁਰੀ ਗੱਲ ਨਹੀਂ ਹੈਗੀ। ਤਿਰੰਗਾ ਸਾਡੇ ਲਈ ਵੀ ਉਨਾ ਸਤਿਕਾਰਯੋਗ ਹੈ ਜਿੰਨਾ ਕਿਸੇ ਹੋਰ ਲਈ ਹੈ। ਅਸੀਂ ਤਾਂ ਸਮਾਂ ਭੋਰਾ ਉਹਨਾਂ ਨਾਲੋਂ ਵੱਧ ਹੀ ਕਰਦੇ ਹੋਵਾਂਗੇ। ਸੋ ਤਿਰੰਗੇ ਦਾ ਕੋਈ ਦਿਖਾਇਆ ਮੀਡੀਆ ਨੇ, ਜਿਹੜਾ ਨਿਰਪੱਖ ਮੀਡੀਆ, ਕੋਈ ਇਹਦੇ 'ਚ ਅਪਮਾਨ ਨਹੀਂ ਕੀਤਾ ਗਿਆ। ਤਿਰੰਗਾ ਆਪਣੀ ਜਗ੍ਹਾ 'ਤੇ ਸੀ। ਖਾਲਸੇ ਦਾ ਜਿਹੜਾ ਸਾਡਾ ਨਿਸ਼ਾਨ ਸਾਹਿਬ ਸਾਡਾ ਪ੍ਰਤੀਕ ਹੈ, ਉਹ ਆਪਦੀ ਜਗ੍ਹਾ 'ਤੇ ਸੀ। ਉਹ ਬਸ ਗੌਰਮੈਂਟ ਨੇ ਕੋਸ਼ਿਸ਼ ਕੀਤੀ ਵੀ ਇਹਨਾਂ 'ਚ ਪਾੜ ਪਾ ਦਈਏ, ਉਹਨੂੰ ਲੈ ਕੇ ਥੋੜ੍ਹੀ ਜਿਹੀ ਸਾਡੇ ਜਿਹੜੇ ਨੌਜਵਾਨ ਨੇ ਕਈ ਵਾਰੀ ਗਰਮਜੋਸ਼ੀ 'ਚ, ਤਲਖੀ 'ਚ ਆ ਜਾਂਦੇ ਆ। ਉਹਨਾਂ ਨੂੰ ਲੱਗਿਆ ਵੀ ਸਾਨੂੰ ਜਥੇਬੰਦੀਆਂ ਨੇ ਅੱਗੇ ਨਹੀਂ ਜਾਣ ਦਿੱਤਾ, ਜਾਂ ਸਾਡੇ ਨਾਲ ਪ੍ਰੋਗਰਾਮ ਬਣਾ ਕੇ ਰਾਏ ਸਲਾਹ ਕਰਕੇ ਨਹੀਂ ਚੱਲੇ। ਉਹੀ ਮੈਂ ਅੱਜ ਸਟੇਜ ਤੋਂ ਵੀ ਇਹ ਗੱਲ ਕਹੀ ਸੀ ਵੀ ਇੱਕ ਕਮੇਟੀ ਬਣਨੀ ਚਾਹੀਦੀ ਹੈ। ਮੈਂ ਪਹਿਲੇ ਦਿਨ ਤੋਂ ਹੀ ਇਹ ਗੱਲ ਕਹਿੰਦਾ ਆ ਰਿਹਾ ਵੀ ਨੌਜਵਾਨੀ ਦਾ ਕੰਮ ਕਰਨ ਦਾ ਤਰੀਕਾ ਅਲੱਗ ਹੈ। ਥੋੜ੍ਹੀ ਜਿਹੀ ਗਰਮਜੋਸ਼ੀ, ਗਰਮ ਪ੍ਰੋਗਰਾਮ ਮੰਗਦੀ ਹੈ ਨੌਜਵਾਨੀ। ਸਿਆਣੇ ਨੇ,
ਤਰੀਕਾ ਅਗਵਾਈ ਉਹਨਾਂ ਕੋਲ ਹੀ ਰਹੂਗੀ, ਤਰੀਕਾ ਉਹਨਾਂ ਦਾ ਰਹੂਗਾ, ਪਰ ਸਾਡੇ ਨਾਲ ਇੱਕ ਤਾਲਮੇਲ ਕਮੇਟੀ ਬਣਾ ਲੈਣ ਵੀ ਜਿੱਥੇ ਅਸੀਂ ਆਪਦੀ ਗੱਲ ਰੱਖ ਸਕੀਏ ਵੀ ਅਸੀਂ ਆਹ ਚਾਹੁੰਦੇ ਹਾਂ ਤੇ ਅਗਲਾ ਪ੍ਰੋਗਰਾਮ ਜੇ ਆਪਾਂ ਇਦਾਂ ਕਰ ਲਈਏ ਤਾਂ ਗਵਰਨਮੈਂਟ ਤੇ ਜ਼ਿਆਦਾ ਪ੍ਰੈਸ਼ਰ ਪਊਗਾ। ਅੱਜ ਵੀ ਮੈਂ ਇਹੀ ਗੱਲ ਕਹੀ ਸੀ ਕਿ ਇੱਕ ਤਾਲਮੇਲ ਕਮੇਟੀ ਬਣ ਜਾਵੇ ਜਿਹਦੇ ਥਰੂ ਜਿਹੜੀ ਨੌਜਵਾਨੀ ਉਹ ਆਪਦੀ ਗੱਲ ਖੁੱਲ੍ਹ ਕੇ ਅੱਗੇ ਰੱਖ ਸਕੇ ਵੀ ਸਾਨੂੰ ਇਹ ਚਾਹੀਦਾ ਜਾਂ ਆਉਣ ਵਾਲੇ ਦਿਨਾਂ 'ਚ ਆਪਾਂ ਇਹ ਪ੍ਰੋਗਰਾਮ ਕਰ ਲਈਏ। ਜਿੰਨੀ ਛੇਤੀ ਇਹ ਕਮੇਟੀ ਬਣ ਜੂਗੀ ਜਿਹਦੇ 'ਚ ਇਕੱਲਾ ਪੰਜਾਬ ਦੇ ਨੌਜਵਾਨ ਨਹੀਂ, ਹਰਿਆਣੇ ਦੇ ਨੌਜਵਾਨ ਵੀ, ਉੱਤਰਾਖੰਡ ਦੇ ਨੌਜਵਾਨ ਵੀ, ਚੰਡੀਗੜ੍ਹ ਦੇ ਹੋਰ ਵੀ ਜਿਹੜੀਆਂ ਲੇਡੀਜ਼ ਦਾ ਕਿੱਡਾ ਵੱਡਾ, ਸਾਡੀਆਂ ਭੈਣਾਂ ਦਾ, ਬਜ਼ੁਰਗ ਮਾਤਾਵਾਂ ਦਾ ਕਿੱਡਾ ਵੱਡਾ ਯੋਗਦਾਨ ਹੈ। ਇੱਕ ਦੋ ਲੇਡੀਜ਼ ਨੂੰ ਵੀ ਨਾਲ ਰੱਖਿਆ ਜਾਵੇ ਜਿਹੜੇ ਸੂਝਵਾਨ ਲੋਕ ਨੇ, ਬੁੱਧੀਜੀਵੀ ਲੋਕ ਨੇ, ਜਿਹੜੇ ਲਗਾਤਾਰ ਸੰਘਰਸ਼ ਲਈ ਵਰਕ ਕਰ ਰਹੇ ਨੇ, ਡਟੇ ਹੋਏ ਨੇ। ਸੋ ਇੱਕ ਕਮੇਟੀ ਨੌਜਵਾਨਾਂ ਦੀ ਬਣਨੀ ਚਾਹੀਦੀ ਹੈ ਜਿਹੜੀ ਤਾਲਮੇਲ ਕਮੇਟੀ ਹੋਵੇ, ਜਿੱਥੇ ਆਪਦੀ ਗੱਲ, ਜਿੱਥੇ 32 ਜਥੇਬੰਦੀਆਂ ਨੇ ਉੱਥੇ ਇੱਕ 33, ਸਿੱਧੇ ਪੰਜਾਬੀ 'ਚ ਕਹਿ ਦਵਾਂ, ਇੱਕ ਜਥੇਬੰਦੀ ਨੌਜਵਾਨਾਂ ਦੀ ਲੱਗ ਬਣ ਜਾਣੀ ਚਾਹੀਦੀ ਆ। 33 ਹੋ ਜਾਣਗੇ ਨਾਲ, ਜਿੱਥੇ 32 ਜਾਂਦੇ ਉੱਥੇ ਇੱਕ ਬੰਦਾ ਸਾਡੇ ਚਲੇ ਜਾਣਗੇ, 2 ਬੰਦੇ ਨਾਲ ਕੋਈ ਫਰਕ ਨਹੀਂ ਪੈਣ ਲੱਗਿਆ। ਇਹਦੇ ਨਾਲ ਜਿਹੜਾ ਮੋਰਚਾ ਹੈ ਉਹ ਸਟਰੋਂਗ ਹੋਊਗਾ, ਧਰਨਾ ਹੈ ਜਿਹੜਾ ਅੰਦੋਲਨ ਸਾਡਾ ਹੋਰ ਤਕੜਾ ਹੋਊਗਾ। ਸੋ ਇਹ ਬਣਨੀ ਚਾਹੀਦੀ ਹੈ ਜਲਦ ਤੋਂ ਜਲਦ। ਬਾਕੀ ਜਿਹੜੇ ਮਾੜੇ ਮੋਟੇ ਮਾਨ ਮੁਟਾਵ ਹੋਏ ਨੇ ਹੁੰਦੇ ਰਹਿੰਦੇ ਆ ਪਰਿਵਾਰਾਂ 'ਚ, ਇਹਨਾਂ ਨੂੰ ਭੁੱਲ ਕੇ ਹੁਣ ਆਪਾਂ 26 ਨੂੰ ਹੀ ਖਿੱਚੀ ਜਾਵਾਂਗੇ। ਗਵਰਨਮੈਂਟ ਤਾਂ ਚਾਹੁੰਦੀ ਹੈ ਵੀ ਆਪਸ 'ਚ ਉਲਝੇ ਰਹਿਣ, ਖਿੱਚੀ ਜਾਵਾਂਗੇ ਤਾਂ ਚੀਜ਼ਾਂ ਦਾ ਹੱਲ ਨਹੀਂ ਹੋਣਾ। ਇਹਨਾਂ ਨੂੰ ਭੁੱਲ ਕੇ ਦੁਬਾਰੇ ਆ ਮਹਾਂ ਪੰਚਾਇਤਾਂ ਹੋ ਰਹੀਆਂ ਨੇ, ਬਹੁਤ ਵੱਡੀ ਚੰਗੀ ਗੱਲ ਹੈ, ਉਪਰਾਲੇ ਹੋ ਰਹੇ ਨੇ। ਵਿਚਾਰਧਾਰਾ ਦਾ, ਡਾਇਲੋਗ ਦਾ ਜਿਉਂਦੇ ਰਹਿਣੇ ਬਹੁਤ ਜ਼ਰੂਰੀ ਹੁੰਦਾ। ਗੱਲ ਖੁੰਡ ਚਰਚਾ ਛਿੜਨੀ ਬਹੁਤ ਜ਼ਰੂਰੀ ਹੁੰਦੀ ਹੈ। ਵਿਚਾਰਧਾਰਾ ਜਿਉਂਦੀ ਰੱਖੀਏ ਪਿੰਡਾਂ 'ਚ, ਸੱਥਾਂ 'ਚ, ਤੇ ਦੁਬਾਰੇ ਦਿੱਲੀ ਦੇ ਬਾਰਡਰਾਂ 'ਤੇ ਜਾ ਕੇ ਇਕੱਠ ਕਰੀਏ ਤੇ ਤਾਂ ਜੋ ਗਵਰਨਮੈਂਟ 'ਤੇ ਪ੍ਰੈਸ਼ਰ ਵੱਧ ਸਕੇ, ਗੱਲਬਾਤ ਦਾ ਰਾਹ ਖੁੱਲ੍ਹੇ। ਜੀ ਮੇਰਾ ਸਵਾਲ ਹੈ, ਤੁਸੀਂ ਜਿੱਦਾਂ ਗੱਲ ਕੀਤੀ ਹੈ ਕਿ ਇੱਕ ਨੌਜਵਾਨ ਜਥੇਬੰਦੀ ਹੋਣੀ ਚਾਹੀਦੀ ਹੈ ਤੇ ਇੱਕ ਨਾਂ ਆਉਂਦਾ ਲੱਖਾ ਸਦਾਣਾ, ਕਾਫੀ ਨੌਜਵਾਨ ਉਹਨਾਂ ਦੇ ਨਾਲ ਸੀਗੇ, ਉਸ ਤੋਂ ਬਾਅਦ ਵੀ ਉਹਨਾਂ ਨੇ ਇਕੱਠ ਕੀਤਾ, ਤੇ ਕਿਸ ਤਰ੍ਹਾਂ ਦੇਖਦੇ ਹੋ ਉਹਨਾਂ ਨੂੰ, ਕਿਸ ਤਰ੍ਹਾਂ ਦੇਖਦੇ? ਚੰਗੀ ਗੱਲ ਹੈ। ਇਕੱਠ ਤਾਂ ਦੇਖੋ ਇੱਕ ਲਈ ਕੀਤਾ ਨਾ, ਉਹਨਾਂ ਨੇ ਕਹਿਤਾ ਇਕੱਠ ਕੀਤਾ ਉਹਨਾਂ ਨੇ ਆਪਦਾ ਨੌਜਵਾਨਾਂ ਦਾ, ਤੇ ਉਹਨਾਂ ਨੇ ਕਹਿਤਾ ਵੀ ਅਸੀਂ ਧਰਨੇ ਦੇ ਨਾਲ ਹੈ, ਅਸੀਂ ਬਜ਼ੁਰਗਾਂ ਤੋਂ ਬਾਹਰ ਨਹੀਂ ਹੈਗੇ। ਬਜ਼ੁਰਗਾਂ ਨੇ ਇਕੱਠ ਕੀਤਾ, ਉਹ ਕਹਿੰਦੇ ਸਾਡੀ ਜਵਾਕ ਨੇ, ਅਸੀਂ ਇਹਨਾਂ ਤੋਂ ਬਿਨਾਂ ਅੱਗੇ ਨਹੀਂ ਚੱਲ ਸਕਦੇ। ਤਾਂ ਫਿਰ ਇੱਕ ਕਿਉਂ ਨਹੀਂ ਹੋ ਸਕਦੇ? ਇੱਕ ਮੰਚ 'ਤੇ ਇਕੱਠੇ ਕਿਉਂ ਨਹੀਂ ਹੋ ਸਕਦੇ? ਅਸੀਂ ਇਹ ਕੀਤਾ, ਅਸੀਂ ਖਟਕੜ ਕਲਾਂ ਕੀਤਾ, ਨੌਜਵਾਨ, ਸਿੱਖ ਜਥੇਬੰਦੀਆਂ, ਪੰਥਕ ਜਥੇਬੰਦੀਆਂ, ਕਬੱਡੀ ਵਾਲੇ, ਕਿਸਾਨ ਜਥੇਬੰਦੀਆਂ ਇੱਕ ਮੰਚ 'ਤੇ, ਅੱਜ ਵੀ ਇੱਥੇ ਇੱਕ ਮੰਚ 'ਤੇ। ਸਾਡੀ ਕੋਸ਼ਿਸ਼ ਇਹੀ ਹੈ ਜਿਹੜਾ ਇਹ ਅਲੱਗ-ਅਲੱਗ ਧਰਨੇ ਵਾਲਾ ਮਹਾਂ ਪੰਚਾਇਤਾਂ ਦਾ ਸਿਸਟਮ ਚੱਲ ਪਿਆ ਨਾ, ਵੀ ਇਹ ਲੱਖੇ ਸਿਧਾਣੇ ਉਹਨਾਂ ਨੇ ਕੀਤਾ, ਇਹ ਜਥੇਬੰਦੀਆਂ ਨੇ, ਇਹ ਡੈਡਲੌਕ ਤੋੜ ਕੇ ਦੁਬਾਰੇ ਇੱਕ ਮੰਚ 'ਤੇ ਇਕੱਠੇ ਹੋ ਕੇ ਅੱਗੇ ਵਧੀਏ, ਤਾਂ ਜੋ ਲੋਕਾਂ 'ਚ ਇਹ ਨਾ ਜਾਵੇ ਵੀ ਇਹ ਦੋ ਫੜ ਹੋਏ ਹੋਏ ਨੇ, ਇਹ ਦੋ ਰੈਲੀਆਂ ਕਰਦੇ ਨੇ। ਲੋਕਾਂ ਨੂੰ ਇਹ ਲੱਗੇ ਵੀ ਇੱਕੋ ਹੀ ਰੈਲੀ ਕਰਦੇ ਆ, ਇੱਕੋ ਹੀ ਸੰਘਰਸ਼ ਵਿੱਢਿਆ ਇਹਨਾਂ ਨੇ। ਸਾਡਾ ਮੋਟਿਵ ਕੀ ਹੈ? ਲੱਖੇ ਸਿਧਾਣੇ ਦਾ ਮੋਟਿਵ ਕੀ ਹੈ? ਇਹਨਾਂ 3 ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣਾ। ਰਾਜੇ ਵਾਲੇ ਉਹਨਾਂ ਦਾ ਮੋਟਿਵ ਕੀ ਹੈ? ਇਹਨਾਂ 3 ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣਾ। ਬਸ ਠੀਕ ਹੈ, ਤਾਂ ਫਿਰ ਇੱਕ ਹੋ ਜਾਓ ਨਾ। ਕਿੱਥੇ ਪੈ ਰਿਹਾ, ਕੀ ਲੱਗਦਾ ਫਿਰ ਸੋਚ? ਕੋਈ ਐਡਾ ਵੀ ਸੋਚ 'ਚ ਫਰਕ ਨਹੀਂ ਹੈਗਾ, ਮਾੜਾ ਮੋਟਾ ਸਭ ਥਾਵੇਂ ਪੰਜਾਬੀ ਨੇ, ਇਹਨਾਂ 'ਚ ਥੋੜ੍ਹਾ ਬਹੁਤਾ ਚੌਧਰ ਦਾ ਚੱਲਦਾ ਹੀ ਰਹਿੰਦਾ ਸਿਸਟਮ। ਕੋਈ ਐਡਾ ਪਰ ਇਹ ਵੱਡਾ ਮੁੱਦਾ ਨਹੀਂ ਵੀ ਇਹਦੇ ਕਰਕੇ ਸਾਡਾ ਜਿਹੜਾ ਅੰਦੋਲਨ ਹੈ ਉਹ ਤਾਰ ਪੀੜ ਹੋ ਜਾਊਗਾ ਜਾਂ ਪਿੱਛੇ ਹਟ ਜਾਵਾਂਗੇ। ਨਹੀਂ, ਇਹ ਮਾੜਾ ਮੋਟਾ ਹੈ। ਜਿਹੜਾ ਬੰਦਾ, ਜਿਹਨੂੰ ਦੇਖੋ ਆਵਾਮ ਜਿਹੜੀ ਚੀਜ਼ ਚਾਹੁੰਦੀ ਹੈ, ਨੌਜਵਾਨ ਚਾਹੁੰਦੇ ਨੇ ਵੀ ਸਾਡੀ ਨੌਜਵਾਨ, ਜਿਹੜੇ ਸਾਡੇ ਨੌਜਵਾਨ ਆਗੂ ਨੇ ਉਹ ਅੱਗੇ ਆਉਣੇ ਚਾਹੀਦੇ ਨੇ, ਉਹਨਾਂ ਤੋਂ ਲੈ ਆਓ। ਕੀ ਫਰਕ ਹੈ? ਅਸੀਂ ਅਗਵਾਈ ਤਾਂ ਨਹੀਂ ਖੋ ਰਹੇ ਨਾ, ਅਗਵਾਈ ਤਾਂ ਅੱਜ ਵੀ ਜਥੇਬੰਦੀਆਂ ਦੇ ਕੋਲ ਹੈ, ਤਾਂ ਉਹਨਾਂ ਨੂੰ ਵਿੱਚ ਸ਼ਾਮਲ ਕਰ ਲਓ, ਕੋਈ ਪ੍ਰੋਬਲਮ ਵਾਲੀ ਗੱਲ ਨਹੀਂ। ਆਉਣ ਵਾਲੇ ਦਿਨਾਂ 'ਚ ਸਾਡੀ ਇਹੀ ਕੋਸ਼ਿਸ਼ ਹੈ ਵੀ ਇਹ ਮੀਡੀਆ ਨੂੰ ਵੀ ਮੈਂ ਬੇਨਤੀ ਕਰਨਾ ਚਾਹੁੰਦਾ ਵੀ ਬਸ ਹੁਣ ਇਹ ਬਹੁਤ ਹੋ ਗਿਆ, ਹੁਣ ਆਪਾਂ ਇਹਨਾਂ ਸਵਾਲਾਂ, ਇਹ ਸਵਾਲ ਹੀ ਨਾ ਕਰਿਆ ਕਰੀਏ ਵੀ ਉਹ ਅੱਡ ਹੋ ਗਏ। ਹੁਣ ਆਪਾਂ ਗੱਲ ਕਰੀਏ ਏਕੇ ਦੀ, ਵੀ ਇਹ ਇਕੱਠੇ ਕਿਵੇਂ ਹੋਣਗੇ। ਉਹ ਆਪਦੇ ਮੂੰਹੋਂ ਕਹਿ ਰਹੇ ਆ ਵੀ ਉਹ ਸਾਡੇ ਵੱਡੇ ਨੇ, ਵੱਡੇ ਕਹਿ ਰਹੇ ਨੇ ਸਾਡੇ ਛੋਟੇ ਨੇ, ਤਾਂ ਬਸ ਗੱਲ ਮੁੱਕ ਗਈ। ਹੁਣ ਆਪਾਂ ਇਹਨਾਂ ਨੂੰ ਜੋੜ ਕੇ ਇੱਕ ਮੰਚ 'ਤੇ ਕਿਵੇਂ ਲੈ ਕੇ ਆਉਣਾ। ਕਿਸੇ ਹੱਦ ਤੱਕ ਅਸੀਂ ਕੱਲ੍ਹ ਵੀ ਬਾਈ, ਵੱਡੇ ਬਾਈ ਬੱਬੂ ਮਾਨ ਨੂੰ ਨਹੀਂ ਸੀਗੇ, ਅਮਤੋਜ ਬਾਈ ਉਹ ਨਹੀਂ ਸੀਗੇ, ਸਾਰੇ ਅਸੀਂ ਇੱਕ ਮੰਚ 'ਤੇ ਸੀ। ਅਸੀਂ ਏਕੇ ਦੀ ਕੋਸ਼ਿਸ਼ ਲਗਾਤਾਰ ਕਰ ਰਹੇ ਹਾਂ ਵੀ ਇੱਕ ਮੰਚ 'ਤੇ ਇਕੱਠੇ ਹੋ ਜਾਈਏ। ਵੱਡੀ ਗੱਲ ਇਹ ਹੈ ਵੀ ਜਿਹੜੇ ਵੀਰ ਸਾਡੇ ਜੇਲ੍ਹਾਂ ਦੇ ਵਿੱਚ ਬੰਦ ਨੇ, ਉਹਨਾਂ ਦੀ ਰਿਹਾਈ ਲਈ ਜਿੰਨਾ ਸਖਤੀ ਨਾਲ ਕਦਮ ਹੋ ਸਕਦਾ ਉਨੀ ਸਖਤੀ ਨਾਲ ਕਦਮ ਪੱਟੀਏ, ਤਾਂ ਜੋ ਸਾਡੇ ਭਰਾ ਬਾਹਰ ਆਉਣ, ਸਾਡੇ ਬਣਦੇ ਸਾਨੂੰ ਹੱਕ ਮਿਲਣ। ਚਾਹੇ ਉਹਦੇ ਵਿੱਚ ਰਣਜੀਤ ਸਿੰਘ ਸੀ, ਉਹਨੇ ਦੱਸਿਆ ਕਿਵੇਂ ਤਸ਼ੱਦਦ ਕੀਤੀ, ਉਹਨਾਂ 'ਤੇ ਵੀ ਤਸ਼ੱਦਦ ਹੋ ਰਹੀ ਹੈ। ਜਲਦ ਤੋਂ ਜਲਦ ਉਹਨਾਂ ਨੂੰ ਬਾਹਰ ਕਢਾਈਏ ਅਤੇ ਇੱਕ ਹੋ ਕੇ ਦੁਬਾਰੇ ਇੱਕਜੁੱਟ ਹੋ ਕੇ ਨੌਜਵਾਨੀ ਜਿਵੇਂ ਪਹਿਲਾਂ ਸੀ ਪੰਜਾਬ 'ਚ, ਉਵੇਂ ਅੱਗੇ ਵਧੀਏ ਅਤੇ ਗੌਰਮੈਂਟ 'ਤੇ ਪ੍ਰੈਸ਼ਰ ਪਾਈਏ ਅਤੇ ਇਹਨਾਂ ਬਿੱਲਾਂ ਨੂੰ ਰੱਦ ਕਰਾਈਏ। ਇੱਕ ਵੱਡਾ ਰੋਲ NRIs ਦਾ ਵੀ ਹੈ ਬਾਹਰ, ਜਿਹੜੇ ਤੁਹਾਨੂੰ ਦੇਸ਼ਾਂ ਵਿਦੇਸ਼ਾਂ 'ਚ ਦੇਖ ਰਹੇ ਆ, ਕਾਫੀ ਸੇਵਾਵਾਂ ਭੇਜ ਰਹੇ ਆ, ਉਹਨਾਂ ਲਈ ਕੁਝ ਕਹਿਣਾ ਚਾਹੋ ਤੁਸੀਂ? ਦੇਖੋ, NRI ਵੀਰਾਂ ਤੋਂ ਬਿਨਾਂ ਤਾਂ ਪੰਜਾਬ ਨੂੰ ਸਿਰਜਿਆ ਹੀ ਨਹੀਂ ਜਾ ਸਕਦਾ, ਸੋਚਿਆ ਹੀ ਨਹੀਂ ਜਾ ਸਕਦਾ ਵੀ ਪੰਜਾਬ, ਇਹ ਸੱਚ ਹੈ ਵੀ ਅੱਗੇ ਵੱਧ ਸਕਦਾ। NRI ਸਾਡੇ ਨਾਲੋਂ ਜ਼ਿਆਦਾ ਫਿਕਰਮੰਦ ਰਹਿੰਦੇ ਨੇ ਹਮੇਸ਼ਾ। ਅੱਜ ਵੀ ਮੈਨੂੰ 10 ਫੋਨ ਦਿਨ 'ਚ ਆਉਂਦੇ ਨੇ ਵੀ ਯਾਰ ਧਰਨੇ ਦਾ ਕੀ ਬਣਿਆ। ਕੋਈ ਵੀ ਹਲਚਲ ਹੁੰਦੀ ਹੈ, ਸਭ ਤੋਂ ਪਹਿਲਾਂ ਫੋਨ ਘੰਟੀ ਖੜਕਦੀ ਹੈ NRI ਵੀਰਾਂ ਦੀ।
ਇੰਨੀ ਉਹ ਮਤਲਬ ਫੰਡ ਭੇਜਦੇ ਆ ਪੈਸੇ ਵੱਲੋਂ। ਉਹ ਕਹਿੰਦੇ ਆ ਵੀ ਅਸੀਂ ਚਲੋ ਉਹਨਾਂ ਦੀਆਂ ਮਜਬੂਰੀਆਂ ਨੇ, ਉਹਨਾਂ ਦੇ ਪਰਿਵਾਰ ਉੱਥੇ ਨੇ, ਨਹੀਂ ਇੱਥੇ ਆ ਸਕਦੇ, ਪਰ ਉਹ ਸਾਨੂੰ ਜਦੋਂ ਐਡਾ ਸੰਘਰਸ਼ ਵਿੱਢਿਆ ਜਾਂਦਾ ਤਾਂ ਓਬਵੀਅਸਲੀ ਗੱਲ ਹੈ ਉਹਦੇ 'ਚ ਫਾਈਨੈਂਸ਼ਲੀ ਬਹੁਤ ਪੈਸਾ ਚਾਹੀਦਾ ਹੁੰਦਾ ਹੈ ਨਾ, ਕੰਮ ਕਰਨ ਦੇ ਲਈ, ਤੇਲ ਪਾਉਣ ਦੇ ਲਈ, ਟਰੈਕਟਰਾਂ 'ਚ ਉੱਥੇ ਲੰਗਰਾਂ ਦੇ ਲਈ। ਤਾਂ ਉਹ ਸਾਰੀ ਜ਼ਿੰਮੇਵਾਰੀ NRI ਵੀਰਾਂ ਨੇ ਇਸ ਵਾਰ ਪੈਸੇ ਦੇ ਨਾਲ ਨਾਲ ਉਹਨਾਂ ਨੇ ਦੁਨੀਆ ਦੇ ਮੂਹਰੇ, ਗੋਰਿਆਂ ਦੇ ਮੂਹਰੇ ਅੰਬੈਸੀਆਂ ਵੀ ਘੇਰੀਆਂ ਤੇ ਉੱਥੇ ਸਾਫ਼ ਦਿਖਾਇਆ ਵੀ ਹਾਂ ਸਾਡੇ ਮੁਲਕ 'ਚ ਗੌਰਮੈਂਟ ਸਾਡੇ ਤੇ ਕਿਵੇਂ ਤਸ਼ੱਦਦ ਕਰ ਰਹੀ ਹੈ। ਅੰਬੈਸੀਆਂ ਘੇਰ ਕੇ, ਇੰਡੀਅਨ ਅੰਬੈਸੀਆਂ ਘੇਰ ਕੇ ਬੰਦ ਰੱਖਿਆ ਤੇ ਦੁਨੀਆ ਦੇ ਮੂਹਰੇ ਇੱਕ NRIਆਂ ਨੇ ਐਸੀ ਤਸਵੀਰ ਪੇਸ਼ ਕੀਤੀ ਵੀ ਸਾਡਾ ਜਿਹੜਾ ਅੰਦੋਲਨ ਆ ਉਹ ਵਰਲਡ ਵਾਈਡ ਗਿਆ NRI ਵੀਰਾਂ ਦੀ ਬਦੌਲਤ। ਸੋ NRIਆਂ ਦਾ ਬਹੁਤ ਵੱਡਾ ਯੋਗਦਾਨ ਹੈ। ਸਾਡੇ ਭਰਾ ਨੇ, ਸਾਨੂੰ ਇਸ ਗੱਲ ਦਾ ਮਾਣ ਹੈ ਕਿ ਹਮੇਸ਼ਾ ਸਾਡੇ ਮੋਢੇ ਦੇ ਨਾਲ ਮੋਢਾ ਲਾ ਕੇ ਖੜੇ ਨੇ ਤੇ ਫਿਕਰਮੰਦ ਨੇ ਪੰਜਾਬ ਦੇ ਲਈ, ਤੇ ਵਾਹਿਗੁਰੂ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ। ਤੇ ਮੈਂ ਉਹਨਾਂ ਨੂੰ ਇਹੀ ਬੇਨਤੀ ਕਰਨਾ ਚਾਹੁੰਦਾ, ਜਦ ਤੱਕ ਆਪਾਂ ਇਹ ਸੰਘਰਸ਼ ਜਿੱਤਦੇ ਨਹੀਂ, ਤੁਸੀਂ ਵੀ ਉਹਨਾਂ ਮੁਲਕਾਂ 'ਚ ਜਿਵੇਂ ਪਹਿਲਾਂ ਅੰਬੈਸੀਆਂ ਘੇਰੀਆਂ ਸੀ, ਹੁਣ ਦੁਬਾਰੇ ਸਰਗਰਮੀ ਕਰੋ ਤਾਂ ਜੋ ਗੌਰਮੈਂਟ 'ਤੇ ਇੰਟਰਨੈਸ਼ਨਲੀ ਪ੍ਰੈਸ਼ਰ ਬਣ ਸਕੇ। ਤੇ ਜਿਹੜਾ ਯੂਥ ਹੈ, ਹੁਣ ਰੋਡ ਮੈਪ ਜਿਹੜਾ ਤੁਸੀਂ ਤਿਆਰ ਕਰ ਰਹੇ ਹੋ, ਸੋਚ ਰਹੇ ਹੋ ਕਿ ਇੱਕ ਯੂਥ ਜਥੇਬੰਦੀ ਹੋਣੀ ਚਾਹੀਦੀ ਹੈ, ਤੇ ਕੀ ਬੇਨਤੀ ਕਰਨਾ ਚਾਹੋਗੇ, ਕੀ ਕਹਿਣਾ ਚਾਹੋਗੇ ਯੂਥ ਨੂੰ ਕਿ ਕਿੱਦਾਂ ਇਕੱਠੇ ਹੋਣ? ਕਿਉਂਕਿ ਹੁਣ ਮੈਂ ਫਸਲ ਦੀ ਗੱਲ ਕਰਾਂ ਤੇ 10 ਦਿਨਾਂ ਦੇ ਵਿੱਚ ਕਹਿ ਰਹੇ ਕਿ 10 ਅਪ੍ਰੈਲ ਤੋਂ ਮੰਡੀ ਜਿਹੜੀ ਹੈ ਖੁੱਲ੍ਹ ਜਾਏਗੀ, ਫਸਲਾਂ ਜਿਹੜੀਆਂ ਜਾਣਗੀਆਂ, ਉਸ ਤੋਂ ਬਾਅਦ ਬਿਜਾਈ ਜਿਹੜੀ ਹੈ ਉਹ ਸ਼ੁਰੂ ਹੋ ਜਾਏਗੀ। ਤੇ ਉਸ ਤੋਂ ਬਾਅਦ ਕੀ ਕਹਿਣਾ ਚਾਹੋਗੇ ਨੌਜਵਾਨਾਂ ਨੂੰ, ਕਿਉਂਕਿ ਕਿਤੇ ਨਾ ਕਿਤੇ ਕਾਫੀ ਲੰਬਾ ਸਮਾਂ ਹੋ ਚੁੱਕਿਆ ਹੈ, ਤੇ ਨੌਜਵਾਨਾਂ ਨੂੰ ਕੀ ਕਹਿਣਾ ਚਾਹੋਗੇ, ਕਿਸ ਤਰ੍ਹਾਂ ਦਾ ਰੋਡ ਮੈਪ ਜਿਹੜਾ ਉਹ ਤਿਆਰ ਕਰੋਗੇ? ਦੇਖੋ ਮੇਨ ਗੱਲ ਇਹ ਆ, ਫਸਲਾਂ ਦੀ ਲੜਾਈ ਆ, ਕੰਮ ਵੀ ਜ਼ਰੂਰੀ ਹੈ। ਹੁਣ ਪਿੰਡਾਂ 'ਚ ਮਤੇ ਪਏ ਹੋਏ ਆ ਵੀ ਭਾਈ ਇੱਕ ਪਿੰਡ 'ਚੋਂ 10 ਬੰਦੇ ਉੱਥੇ ਜਾਣਗੇ, ਠੀਕ ਹੈ। ਜਿੱਦਾਂ ਪਹਿਲਾਂ ਉੱਥੇ ਘੱਟ ਸੀਗਾ ਉਹ ਘਟਿਆ, ਮੈਂ ਮੰਨਦਾ, ਪਰ ਉਹ ਇਸ ਲਈ ਨਹੀਂ ਘਟਿਆ ਕਿ ਲੋਕ ਉੱਥੋਂ ਨਿਰਾਸ਼ ਹੋ ਕੇ ਵਾਪਸ ਆ ਗਏ, ਨਹੀਂ। ਇਹ ਇਸ ਲਈ ਆ ਕਿ ਅਸੀਂ ਆਪਣੀਆਂ ਫਸਲਾਂ ਵੀ ਦੇਖਣੀਆਂ ਨੇ, ਫਸਲਾਂ ਦੀ ਹੀ ਲੜਾਈ ਹੈ। ਹੁਣ ਸਾਡੀਆਂ ਕਣਕਾਂ ਨੇ, ਪੱਕੀਆਂ ਪਈਆਂ ਨੇ, ਉਦੋਂ ਬਾਅਦ 'ਚ ਅਸੀਂ ਖੇਤ ਵਾਹੁਣੇ ਆ, ਝੋਨਾ ਬੀਜਣਾ, ਸਾਰਾ ਕੁਝ ਤਿਆਰ ਕਰਨੇ ਆ, ਉਹ ਇੱਕ ਲੰਬਾ ਪ੍ਰੋਸੈਸ ਹੁੰਦਾ। ਸੋ ਜਦੋਂ ਅਸੀਂ ਇੱਧਰੋਂ ਵਿਹਲੇ ਹੋ ਗਏ, ਜੀਰੀਆਂ ਬੀਜਲੀਆਂ, ਉਦੋਂ ਬਾਅਦ 'ਚ ਫਿਰ ਸਰਹੱਦਾਂ 'ਤੇ ਆ। ਨੌਜਵਾਨਾਂ ਨੂੰ ਬਸ ਇਹੀ ਕਹਿਣਾ ਚਾਹੁੰਦਾ ਕਿ ਤੁਸੀਂ ਵੱਧ ਤੋਂ ਵੱਧ ਸ਼ਮੂਲੀਅਤ ਹੈ ਜਿਹੜੀ ਉਹ ਦਿੱਲੀ ਬਾਰਡਰਾਂ 'ਤੇ ਕਰੋ, ਇਕੱਠੇ ਹੋ ਕੇ ਆਪਸੀ ਇੱਕ ਆਪਦੇ ਗਰੁੱਪ ਬਣਾ ਲਓ ਵੀ ਅੱਜ ਆਪ 5 ਪਿੰਡ ਨੇ, ਇੱਥੋਂ ਖਰਚਾ ਕਿਵੇਂ ਬਚੂਗਾ ਵੀ 5 ਪਿੰਡਾਂ 'ਚੋਂ 2 ਟਰਾਲੀਆਂ ਜਾਣਗੀਆਂ, ਵੀ ਭਾਈ ਅੱਜ ਫਲਾਣੇ ਪਿੰਡ ਵਾਲੇ ਜਾਣ ਲੱਗੇ ਤਾਂ ਤੇਲ ਪਾਉਣਗੇ, ਦੂਜੇ ਪਿੰਡ ਵਾਲੇ ਆਉਣ ਲੱਗੇ ਤੇਲ ਪਾਉਣਗੇ, ਤੇ ਇੱਕ ਪਿੰਡ ਦਾ ਟਰੈਕਟਰ ਹੋਊਗਾ, ਦੂਜੇ ਪਿੰਡ ਦੀ ਟਰਾਲੀ ਹੋਊਗੀ। ਐਦਾਂ ਇਕੱਠੇ ਹੋ ਕੇ 5 ਪਿੰਡਾਂ 'ਚੋਂ ਡਿਊਟੀ ਲਾ ਦਿੱਤੀ ਜਾਵੇ ਵੀ ਭਾਈ 2 ਟਰਾਲੀਆਂ ਚੱਲੀਆਂ ਨੇ, 50 ਬੰਦੇ ਚਾਹੀਦੇ ਨੇ ਲੰਗਰ ਦੀਆਂ ਸੇਵਾ ਪਿੰਡ 'ਚੋਂ ਗਰਾਹੀ ਕਰਕੇ। ਇਹ ਜ਼ਿੰਮੇਵਾਰੀਆਂ ਨੌਜਵਾਨ ਸਾਂਭਣਾ, ਆਪਦਾ ਸਮਾਨ ਨਾਲ ਲੈ ਕੇ ਜਾਣਾ, ਆਪਦਾ ਪੱਧਰ 'ਤੇ ਉੱਥੇ ਲੰਗਰ ਚਲਾਉਣ। ਚਲੋ ਗੁਰੂ ਮਹਾਰਾਜ ਦੀ ਕਿਰਪਾ ਨਾਲ ਲੰਗਰਾਂ ਦੀ ਤਾਂ ਕਦੇ ਵੀ ਪੰਜਾਬ ਨੇ ਪੂਰੀ ਦੁਨੀਆ 'ਚ ਲੰਗਰ ਲਾਏ ਨੇ, ਤਾਂ ਫਿਰ ਸਾਡੇ ਆਪਦੇ ਘਰ ਦਾ ਕੰਮ ਆ, ਕਦੇ ਕਮੀ ਰਹੀ ਨਹੀਂ ਹੈਗੀ। ਇਹ ਤਾਂ ਚਲੋ ਗੱਲਾਂ ਛੋਟੀਆਂ ਨੇ ਨਾ, ਵਾਹਿਗੁਰੂ ਦੀ ਬਹੁਤ ਮਿਹਰ ਹੈ। ਅਸੀਂ ਤਾਂ ਮੰਨਦੇ ਹਾਂ ਵੀ ਪ੍ਰਤੱਖ ਹਾਜ਼ਰ ਨਾਜ਼ਰ ਮੰਨਦੇ ਹਾਂ ਕਿ ਗੁਰੂ ਨਾਨਕ ਸਾਹਿਬ ਇਸ ਅੰਦੋਲਨ ਨੂੰ ਚਲਾ ਰਹੇ ਨੇ, ਤੇ ਜਿੱਤ ਸਾਡੀ ਯਕੀਨੀ ਹੈ। ਲੰਗਰਾਂ ਦੀ ਤਾਂ ਬਹੁਤ ਛੋਟੀ ਗੱਲ ਹੈ, ਕੋਈ ਕਮੀ ਰਹੀ ਨਹੀਂ, ਪਰ ਫਿਰ ਵੀ ਜਿਹੜੀਆਂ ਮੁੱਢਲੀਆਂ ਜ਼ਿੰਮੇਵਾਰੀਆਂ ਹੁੰਦੀਆਂ ਨੇ, ਬੇਸਿਕ ਚੀਜ਼ਾਂ ਹੁੰਦੀਆਂ ਨੇ, ਨੌਜਵਾਨ ਅਗਰਾਹੀ ਕਰਕੇ ਆਪਦੇ 5-5 ਪਿੰਡਾਂ 'ਚ ਗਰੁੱਪ ਬਣਾ ਕੇ ਵੀ ਭਾਈ 50 ਬੰਦੇ ਅੱਜ ਚੱਲੀਏ, ਉਹ ਆ ਗਏ ਤਾਂ ਦੂਜੇ ਚੱਲੀਏ, ਇੱਦਾਂ ਗਰੁੱਪ ਬਣਾ ਕੇ ਲਗਾਤਾਰ ਉੱਥੇ ਇਕੱਠ ਆ ਜਿਹੜਾ ਬਰਕਰਾਰ ਰੱਖਣ। ਨੌਜਵਾਨਾਂ ਨੂੰ ਮੈਂ ਇਹੀ ਕਹਿਣਾ ਵੀ ਅਪੀਲ ਕਰਦਾ ਕਿ ਆਪਾਂ ਦਾਦੇ ਪੜਦਾਦੇ ਨੇ ਤਾਂ ਆਪਣਾ ਟਾਈਮ ਹੰਢਾ ਲਿਆ, ਹੁਣ ਇਹਨਾਂ ਜ਼ਮੀਨਾਂ ਦੇ ਵਾਰਸ ਆਪਾਂ ਹੀ ਆ, ਅੱਗੇ ਆਪਦੀਆਂ ਜ਼ਮੀਨਾਂ ਅਸੀਂ ਆਪਦੇ ਨਿਆਣਿਆਂ ਨੂੰ ਦੇਣੀਆਂ ਨੇ। ਸੋ ਸਾਡੀ ਜ਼ਿੰਮੇਵਾਰੀ ਵੱਡੀ ਹੈ, ਅਸੀਂ ਹੁਣ ਬਜ਼ੁਰਗਾਂ ਨਾਲੋਂ ਵੱਧ ਜ਼ਿੰਮੇਵਾਰੀ, ਉਹ ਤਾਂ ਫਿਰ ਵੀ ਸਾਡੇ ਮੋਢੇ ਨਾਲ ਮੋਢਾ ਲਾ ਕੇ ਖੜੇ ਆ, ਉਹ ਸਾਨੂੰ ਬੋਨਸ ਪੁਆਇੰਟ ਹੀ ਹੈ, ਉਹ ਖੜੇ ਆ, ਪਰ ਜ਼ਿੰਮੇਵਾਰੀ ਆਪਾਂ ਸਾਂਭੀਏ। ਦੁਬਾਰੇ ਤਾਂ ਮਤਲਬ ਵਾਰ-ਵਾਰ ਮੇਰੇ ਮੂੰਹ 'ਤੇ ਉਹੀ ਚੀਜ਼ ਚੜੀ ਹੋਈ ਆ, ਦੁਬਾਰੇ ਦਿੱਲੀ ਦੇ ਬਾਰਡਰਾਂ 'ਤੇ ਉਨਾ ਇਕੱਠ ਕਰੀਏ ਜਿੰਨਾ ਪਹਿਲਾਂ ਸੀ, ਤਾਂ ਜੋ ਗੌਰਮੈਂਟ ਗੱਲਬਾਤ ਦਾ ਰਾਹ ਖੋਲ੍ਹੇ। ਹੁਣ ਤਾਂ ਏਸੀ ਵੀ ਲੱਗੇ ਆ, ਐਲਈਡੀਆਂ ਲੱਗ ਗਈਆਂ। ਮੈਂ ਦੇਖਿਆ ਕਿ ਟਰਾਲੀ ਦੇ ਉੱਤੇ ਡਿਸ਼ ਲਾਈ ਹੋਈ ਹੈ, ਨਹੀਂ ਅੰਦਰ ਐਲਈਡੀ ਲੱਗੀ ਹੋਈ ਹੈ, ਵਿੰਡੋ ਏਸੀ ਲੱਗੇ ਆ। ਹੁਣ ਬਾਕੀ ਟਰਾਲੀਆਂ ਕੱਟ ਹੋ ਗਈਆਂ, ਹੁਣ ਤਾਂ ਪਰਮਾਨੈਂਟ ਕਹਿ ਰਹੇ ਕਿ ਪਰਮਾਨੈਂਟ ਜਿਹੜੇ ਘਰ ਨੇ ਉਹ ਬਣਾ ਲਏ ਆ ਉੱਤੇ। ਦੇਖੋ ਘੱਟ ਇੰਨੀਆਂ ਵੀ ਨਹੀਂ ਹੋਈਆਂ ਵੀ ਗੌਰਮੈਂਟ ਉੱਥੋਂ ਸਾਨੂੰ ਖਦੇੜ ਦੇਵੇ। 50-60 ਹਜ਼ਾਰ ਬੰਦਾ ਬਹੁਤ ਹੁੰਦਾ, ਲੋਕ ਆਈ ਜਾਂਦੇ ਆ, ਲੋਕ ਜਾਈ ਜਾਂਦੇ ਆ। ਦੇਖੋ ਹੁਣ ਜਦੋਂ ਲੰਬਾ ਪੈ ਜਾਂਦਾ ਨਾ ਅੰਦੋਲਨ, ਤਾਂ ਇਹ ਤਾਂ ਹੈ ਨਹੀਂ ਵੀ ਪਿੱਛੇ ਹਰ ਇੱਕ ਬੰਦੇ ਦੀਆਂ ਜ਼ਿੰਮੇਵਾਰੀਆਂ ਨੇ, ਉਹਨਾਂ ਨੇ ਵਿਆਹ ਵੀ ਕਰਨੇ ਆ, ਉਹਨਾਂ ਨੇ ਆਪਦੇ ਕੰਮਕਾਰ ਵੀ ਕਰਨੇ ਆ, 100 ਰੁਝੇਵੇਂ ਹੁੰਦੇ ਆ। ਲਗਾਤਾਰ ਪੰਜਾਬ ਨੇ ਦਿਖਾਤਾ ਵੀ ਅਸੀਂ ਇੱਕ ਆ, 3 ਮਹੀਨੇ 4 ਉੱਥੇ ਇਕੱਠ ਰੱਖਿਆ ਹਰ ਇੱਕ ਬਾਰਡਰ 'ਤੇ, ਨਾਲ ਹਰਿਆਣਾ ਵੀ ਹੈ। ਹੁਣ ਜਿਉਂ-ਜਿਉਂ ਇੱਕ ਸ਼ਡਿਊਲ ਬਣ ਜਾਂਦਾ, ਇੱਕ ਆਪਦੇ ਕੰਮਕਾਰ ਦਾ ਇੱਕ ਪਲੇਟਫਾਰਮ ਤਿਆਰ ਹੋ ਜਾਂਦਾ ਵੀ ਹਾਂ ਮੈਂ ਇੰਨੇ ਦਿਨਾਂ ਵਾਸਤੇ ਜਾਣਾ, ਇੰਨੇ ਨੂੰ ਆ ਗਿਆ। ਹੁਣ ਉੱਥੇ 40-50 ਹਜ਼ਾਰ ਬੰਦਾ ਲਗਾਤਾਰ, ਉਹ ਬਹੁਤ ਨੇ, ਉਹਨਾਂ ਨੂੰ ਖਦੇੜ ਨਹੀਂ ਗੌਰਮੈਂਟ ਸਕਦੀ। ਹੁਣ ਵਾਢੀ ਕਰਕੇ ਦੁਬਾਰੇ ਇਕੱਠ ਫਿਰ ਵੱਧ ਜੂਗਾ। ਰਹਿ ਗਈ ਗੱਲ ਇਹਨਾਂ ਦੀ ਏਸੀਆਂ ਦੀ, ਟਰੈਕਟਰਾਂ ਦੀ, ਇਹ ਤਾਂ ਪੰਜਾਬੀ ਪਹਿਲਾਂ ਤੋਂ ਹੀ ਜਗਾੜੀ ਨੇ, ਤਾਂ ਇਹ ਚੀਜ਼ਾਂ ਤਾਂ ਸਾਡੇ ਲਈ ਨੋਰਮਲ ਚੀਜ਼ਾਂ ਨੇ। ਏਸੀ ਉਸੀ ਤਾਂ ਅਸੀਂ ਪਰਵਾਹ ਨਹੀਂ ਕਰਦੇ। ਉੱਥੇ ਹੁਣ ਵਾਲੀਬਾਲ ਦਾ ਟੂਰਨਾਮੈਂਟ ਵੀ ਹੋ ਰਿਹਾ, ਹਵੇਲੀਆਂ ਅਸੀਂ ਉਹਨਾਂ ਸੜਕਾਂ 'ਤੇ ਬਣਾਤੀਆਂ। ਸੋ ਇਹਨਾਂ ਚੀਜ਼ਾਂ 'ਚ ਤਾਂ ਅਸੀਂ ਪਹਿਲੇ ਦਿਨ ਤੋਂ ਹੀ ਮੋਹਰੀ ਰਹੇ ਹਾਂ,
ਪਰ ਜੇ ਇਹ ਚੀਜ਼ਾਂ ਨਾ ਵੀ ਹੋਣ, ਏਸੀ ਉਸੀ ਨਾ ਵੀ ਹੋਣ, ਤਾਂ ਵੀ ਸਾਨੂੰ ਕੋਈ ਫਰਕ ਨਹੀਂ ਪੈਂਦੇ, ਕਿਉਂਕਿ ਅਸੀਂ ਪਹਿਲੇ ਦਿਨ ਤੋਂ ਹੀ ਇੰਨੇ ਸਟਰੋਂਗ ਹੈ। ਜੇਠ ਹਾੜ ਦੀਆਂ ਧੁੱਪਾਂ ਦੇ ਵਿੱਚ ਅਸੀਂ ਰੜ ਰੜ ਕੇ ਖੇਤਾਂ 'ਚ ਕੰਮ ਕਰਦੇ ਰਹੇ ਹਾਂ। ਅਸੀਂ ਕਦੇ ਪਰਵਾਹ ਨਹੀਂ ਮੰਨੀ, ਪਾਣੀ ਲਾਉਂਦੇ ਰਹੇ ਹਾਂ ਰਾਤ ਨੂੰ, ਪੋਹ ਮਾਘ ਦੀਆਂ ਰਾਤਾਂ 'ਚ ਠੰਡ 'ਚ ਵੀ ਪਾਣੀ ਲਾਉਂਦੇ ਰਹੇ ਹਾਂ, ਖੇਤੀਬਾੜੀ ਕਰਦੇ ਰਹੇ ਹਾਂ। ਸੋ ਅਸੀਂ ਯੂਜ਼ ਟੂ ਹਾਂ ਇਹਨਾਂ ਚੀਜ਼ਾਂ ਦੇ ਲਈ। ਸੱਪਾਂ ਦੀਆਂ ਸਿਰੀਆਂ ਅਸੀਂ ਛੋਟੇ ਹੁੰਦੀ ਮਿੱਧਦੇ ਆਉਂਦੇ ਹਾਂ, ਸਾਨੂੰ ਕੋਈ ਫਰਕ ਨਹੀਂ ਪੈਂਦਾ। ਮੇਨ ਤਾਂ ਗੱਲ ਇਹ ਹੈ ਵੀ ਹੱਲ ਨਿਕਲਣਾ ਚਾਹੀਦਾ ਇਹਨਾਂ ਚੀਜ਼ਾਂ ਨਾਲ। ਜੇ 2 ਮਹੀਨੇ ਗਰਮੀ 'ਚ ਵੀ ਰਹਿ ਲਾਂਗੇ ਤਾਂ ਕੋਈ ਫਰਕ ਨਹੀਂ ਪੈਣ ਲੱਗਿਆ। ਮਤਲਬ ਸੋਚ ਲਿਆ ਹੁਣ ਜਿੱਤ ਕੇ ਹੀ ਵਾਪਸ ਮੁੜੋਗੇ? ਇਹ 'ਚ ਕੋਈ ਸ਼ੱਕ ਹੀ ਨਹੀਂ ਹੈਗਾ, ਜਿੱਤ ਕੇ ਹੀ ਵਾਪਸ ਮੁੜਾਂਗੇ। ਇਹ ਤਾਂ ਕੋਈ ਸਰਕਾਰ ਤੋਂ ਅਸੀਂ ਕੁਝ ਮੰਗ ਨਹੀਂ ਰਹੇ, ਇਹ ਤਾਂ ਸਰਕਾਰ ਜਿਹੜਾ ਸਾਡਾ ਖੋਹ ਰਹੀ ਹੈ, ਅਸੀਂ ਉਹਦੇ ਲਈ ਪ੍ਰੋਟੈਸਟ ਕਰ ਰਹੇ ਹਾਂ ਵੀ ਇਹ ਸਾਡੇ ਭਾਈ ਤੁਸੀਂ ਕਰਕੇ ਖਾਂਦਿਆਂ ਨੂੰ ਤਾਂ ਖਾ ਲੈਣ ਦਿਓ ਨਾ। ਪੰਜਾਬ ਨੂੰ ਤੁਸੀਂ ਦਿੱਤਾ ਤਾਂ ਕਦੇ ਕੁਛ ਹੈ ਨਹੀਂ, ਹੁਣ ਜਿਹੜੀ ਚੀਜ਼ ਸਾਡੇ ਕੋਲ ਹੈ ਤੁਸੀਂ ਉਹ ਖੋ ਰਹੇ ਹੋ। ਸੋ ਇਹ ਉਹਦੇ ਲਈ ਧਰਨਾ ਲਗਾਤਾਰ ਲੱਗਿਆ, ਅਤੇ ਜਦੋਂ ਤੱਕ ਇਹ ਲੜਾਈ ਨਹੀਂ ਜਿੱਤਦੇ ਉਦੋਂ ਤੱਕ ਅਸੀਂ ਉੱਥੋਂ ਉੱਠ ਕੇ ਨਹੀਂ ਆਵਾਂਗੇ, ਜਿੱਤ ਕੇ ਹੀ ਆਵਾਂਗੇ। ਧੰਨਵਾਦ ਜੀ। ਜਸ ਬਾਜਵਾ ਸਾਡੇ ਨਾਲ ਸੀਗੇ। ਤੇ 4 ਮਹੀਨੇ ਜਿਹੜੇ ਨੇ 24 ਮਾਰਚ ਦਾ ਦਿਨ ਹੈ, 2 ਦਿਨਾਂ ਬਾਅਦ 4 ਮਹੀਨੇ ਜਿਹੜੇ ਨੇ ਉਹ ਹੋ ਜਾਣਗੇ। ਲਗਾਤਾਰ ਅੰਦੋਲਨ ਹੈ ਜਿਹੜਾ ਸਿਖਰਾਂ ਵੱਲ ਵੱਧ ਰਿਹਾ। ਹਰ ਇੱਕ ਵਿਚਾਰਧਾਰਾ ਦੇ, ਹਰ ਇੱਕ ਸੂਬਿਆਂ ਦੇ ਲੋਕ ਜਿਹੜੇ ਨੇ ਲਗਾਤਾਰ ਅੰਦੋਲਨ ਦਾ ਹਿੱਸਾ ਬਣ ਰਹੇ ਨੇ। ਅੱਜ ਇਹਦੀ ਗੱਲ ਕਰਾਂ ਤੇ ਅੱਜ ਵੀ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਜਿਹੜੇ ਟਰੈਕਟਰ ਨੇ ਇੱਥੇ ਪਹੁੰਚੇ ਸੀਗੇ, ਤੇ ਇੱਥੇ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਤੇ ਗੁਰਨਾਮ ਸਿੰਘ ਚੜੋਨੀ ਤੇ ਰੁਲਦੂ ਸਿੰਘ ਮਾਨਸਾ, ਕਾਫੀ ਕਿਸਾਨ ਆਗੂ ਇੱਥੇ ਪਹੁੰਚੇ ਸੀਗੇ। ਤੇ ਲਗਾਤਾਰ ਇਸ ਕਿਸਾਨੀ ਅੰਦੋਲਨ ਨੂੰ ਲੈ ਕੇ ਲੋਕਾਂ ਦੇ ਵਿੱਚ ਗੁੱਸਾ ਉਹ ਵੱਧ ਰਿਹਾ ਤੇ ਕਿਤੇ ਨਾ ਕਿਤੇ ਇੱਕ ਲੰਬਾ ਸਮਾਂ ਜਿਹੜਾ ਹੋ ਚੁੱਕਿਆ ਹੈ। ਹੁਣ ਦਿੱਲੀ ਤੋਂ ਉੱਠ ਕੇ ਕਿਸਾਨ ਜਿਹੜੇ ਨੇ ਬੰਗਾਲ ਪਹੁੰਚ ਚੁੱਕੇ ਨੇ, ਪੰਜਾਬ ਤੋਂ ਉੱਠ ਕੇ ਕਿਸਾਨ ਜਿਹੜੇ ਨੇ ਬੰਗਾਲ ਪਹੁੰਚ ਚੁੱਕੇ ਨੇ, ਹਰਿਆਣੇ ਤੋਂ ਜਿਹੜੇ ਕਿਸਾਨ ਨੇ ਉਹ ਬੰਗਾਲ ਪਹੁੰਚ ਚੁੱਕੇ ਨੇ। ਕਿਤੇ ਨਾ ਕਿਤੇ ਬੀਜੇਪੀ ਦਾ ਵੀ ਬਾਈਕਾਟ ਕੀਤਾ ਜਾ ਰਿਹਾ, ਪ੍ਰੈਸ਼ਰ ਬਣਾਇਆ ਜਾ ਰਿਹਾ ਕਿਤੇ ਨਾ ਕਿਤੇ ਇਹ ਕਾਲੇ ਕਾਨੂੰਨਾਂ ਨੂੰ ਲੈ ਕੇ ਕਿ ਕਾਲੇ ਕਾਨੂੰਨ ਜਲਦੀ ਤੋਂ ਜਲਦੀ ਰੱਦ ਹੋ ਜਾਣ। ਤੇ ਤੁਹਾਡਾ ਕੀ ਕੁਝ ਕਹਿਣਾ ਸਾਨੂੰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਓ। ਵੀਡੀਓ ਜਰਨਲਿਸਟ ਆਕਾਸ਼ ਦੇ ਨਾਲ ਜੈ ਵਰਮਾ, ਸਾਂਝਾ ਟੀਵੀ। Please subscribe our channel and press the bell icon ਤਾਂ ਕਿ ਕੋਈ ਵੀ ਨਵੀਂ ਅਪਡੇਟ ਤੁਸੀਂ ਮਿਸ ਨਾ ਕਰੋ।